ਸਭ ਤੋਂ ਪਹਿਲਾਂ ਤੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਾਡਾ ਟੌਪਿਕ ਹੈ, ਜਿਵੇਂ ਹੁਣੇ ਅਸੀਂ ਮੂਲ ਮੰਤਰ ਵਿੱਚ ਬੋਲਿਆ, ਨਿਰਭਉ ਨਿਰਵੈਰ। ਅੱਜ ਦਾ ਸਾਡਾ ਟੌਪਿਕ ਹੈ ਭਉ ਐਂਡ ਨਿਰਭਉ। ਭਉ ਤੋਂ ਨਿਰਭਉ ਵਿੱਚ ਕਿਵੇਂ ਜਾਣਾ। ਭਾਵੇਂ ਅਸੀਂ ਰੋਜ਼ ਮੂਲ ਮੰਤਰ ਦਾ ਪਾਠ ਕਰਨੇ ਆ, ਪਰ ਨਿਰਭਉ ਰੋਜ਼ ਕਰਨੇ ਆ, ਪਰ ਫਿਰ ਵੀ ਇੰਨਾ ਸੌਖਾ ਨਹੀਂ ਹੈਗਾ ਅਸੀਂ ਟੋਟਲੀ ਨਿਰਭਉ ਹੋ ਜਾਈਏ। ਐਕਚੁਅਲੀ ਲਾਈਫ ਜਿਹੜੀ ਹੈ ਉਹ ਬੜੀ ਕੰਪਲੈਕਸ ਹੈ, ਕੰਪਲਿਕੇਟਿਡ ਹੈ, ਅਨਪ੍ਰੈਡਿਕਟੇਬਲ ਹੈ, ਅਨਸਰਟਨ ਹੈ, ਅਨਸ਼ੋਰ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਫੀਅਰ ਕ੍ਰੀਏਟ ਕਰਦੀਆਂ ਨੇ। ਸਟ੍ਰੈਸ, ਡਿਪਰੈਸ਼ਨ, ਐਂਗਜ਼ਾਇਟੀ, ਇਹ ਸਾਰਾ ਕੁਝ ਜਿਹੜਾ ਹੈ ਇਹ ਫੀਅਰ ਕਰਕੇ। ਫੀਅਰ ਨੂੰ ਇਰੈਡੀਕੇਟ ਕਰਨਾ ਬਹੁਤ ਹੀ ਵੱਡਾ ਕੰਮ ਹੈ, ਔਰ ਗੁਰਬਾਣੀ ਦੀ ਮਦਦ ਤੋਂ ਬਿਨਾਂ ਉਹਦੇ ਵਿੱਚੋਂ ਨਹੀਂ ਨਿਕਲਿਆ ਜਾ ਸਕਦਾ। ਫੀਅਰ ਹੈ ਇੱਕ ਐਸੀ ਸਟਰੋਂਗ ਇਮੋਸ਼ਨ ਹੈ ਜਿਹੜੀ ਕਿ ਤੁਹਾਡੀ ਸਾਰੀ ਪਰਸਨੈਲਿਟੀ ਨੂੰ ਸ਼ਰਿੰਕ ਕਰ ਦਿੰਦੀ ਹੈ, ਤੁਹਾਡੀ ਸੋਚ ਸ਼ਕਤੀ ਨੂੰ, ਤੁਹਾਡੀਆਂ ਸਾਰੀਆਂ ਜਿਹੜੀਆਂ ਸਟਰੋਂਗ ਕੈਪੈਸਿਟੀਜ਼, ਐਨਰਜੀਜ਼ ਨੇ, ਉਹਨਾਂ ਨੂੰ ਪੈਰਾਲਾਈਜ਼ ਕਰ ਦਿੰਦੀ। ਜਦੋਂ ਫੀਅਰ ਦਾ ਅਟੈਕ ਹੁੰਦਾ ਹੈ, ਸਾਡੇ ਵੱਸ ਵਿੱਚ ਕੁਝ ਨਹੀਂ ਰਹਿੰਦਾ। We are totally carried by the fear। ਪਰ ਉਸ ਵੇਲੇ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਅਸੀਂ ਆਪਣੀ ਹੈਲਪ ਕਿਵੇਂ ਕਰੀਏ। ਸੋ ਅਸੀਂ ਕੁਝ ਕੁ ਫੀਅਰ ਲੈਂਦੇ ਹਾਂ ਸਾਰੇ, ਤੇ ਫੀਅਰ ਜਿਹੜੇ ਨੇ ਕੁਝ ਸਾਂਝੇ ਹੁੰਦੇ ਨੇ, ਕੁਝ ਫੀਅਰ ਜਿਹੜੇ ਸਭ ਦੇ ਹੋਰ ਇੰਡੀਪੈਂਡੈਂਟ ਵੀ ਹੁੰਦੇ ਨੇ, ਛੋਟੇ ਛੋਟੇ ਹੋਰ ਫੀਅਰ ਹੁੰਦੇ ਨੇ। ਪਰ ਮੇਨ ਫੀਅਰ ਜਿਹੜੇ ਨੇ ਉਹਨਾਂ ਨੂੰ ਅਸੀਂ ਦੇਖਦੇ ਹਾਂ, ਪਰ ਉਹਨਾਂ ਦੇ ਵਿੱਚੋਂ ਹੀ ਕਈ ਵਾਰੀ ਛੋਟੇ ਛੋਟੇ ਫੀਅਰ ਵੀ ਨਿਕਲਦੇ ਨੇ, ਪਰ ਕਈ ਵਾਰੀ ਕੁਝ ਹੋਰ ਵੀ ਹੁੰਦੇ ਨੇ। ਸੋ ਸਾਡੇ ਜੀਵਨ ਵਿੱਚ ਸਭ ਤੋਂ ਵੱਡਾ ਫੀਅਰ ਕੀ ਹੁੰਦਾ ਹੈ? ਆਪਣੇ ਕਿਸੇ ਵੱਡੇ ਪਿਆਰੇ ਨੂੰ ਲੂਜ਼ ਕਰਨ ਦਾ। ਦੂਸਰਾ ਹੈ ਬਿਮਾਰੀ ਦਾ। ਜਦੋਂ ਬਿਮਾਰੀ ਆਂਦੀ ਹੈ, ਟੋਟਲੀ ਸਾਡਾ ਜਿਹੜਾ ਮਨ ਹੈ ਉਹ ਨੈਗੇਟਿਵ ਪਾਸੇ ਚਲਾ ਜਾਂਦਾ ਹੈ। ਯੂਜੂਅਲੀ ਇਹ ਨਹੀਂ ਸੋਚਦਾ ਕਿ ਵੀ ਕੋਈ ਨਹੀਂ ਠੀਕ ਹੋ ਜਾਏਗਾ, ਸਾਡਾ ਮਨ ਉਸ ਪਾਸੇ ਜਾਂਦਾ ਹੈ ਕਿ ਪਤਾ ਨਹੀਂ ਹੁਣ ਕੀ ਹੋਏਗਾ। ਉਹ ਠੀਕ ਹੋ ਮੋਸਟਲੀ ਦੇਖੋ ਅੱਜ ਕੱਲ੍ਹ ਇਹ ਵੇਖਣ ਵਿੱਚ ਆਇਆ ਕਿ ਕੋਵਿਡ ਦੇ ਵਿੱਚ ਲੋਕਾਂ ਦੇ ਵਿੱਚ ਇੰਨਾ ਫੀਅਰ ਫੈਲ ਗਿਆ ਸੀ ਕਿ ਬਹੁਤ ਸਾਰੇ ਲੋਕੀ ਜਿਹੜੇ ਕਿ ਬਹੁਤ ਜ਼ਿਆਦਾ ਸੀਰੀਅਸ ਵੀ ਨਹੀਂ ਸੀ ਹੈਗੇ, ਫੀਅਰ ਕਰਕੇ ਡਿਟੋਰੇਟ ਹੋ ਗਏ, ਇਮਿਊਨਿਟੀ ਲੋ ਹੋ ਗਈ, they couldn't be saved, they lost their lives। ਕਿਉਂਕਿ ਹਰ ਇੱਕ ਦੇ ਵਿੱਚ ਇੰਨਾ ਸਟੈਮਨਾ, ਇੰਨਾ ਇੰਟੈਲੀਜੈਂਸ, ਇੰਨੀ ਕੈਪੈਸਿਟੀ ਨਹੀਂ ਹੁੰਦੀ
कि वो सोच सके कि सब ठीक हो जाएगा। लेकिन वो जदों फिर हुंदा है तो हमेशा जिहड़ा थॉट है वो नीवें पासे जांदा है कि ए भी हो सकदा है, ए भी हो सकदा है, और हमेशा उस पासे जांदा है जिहड़ा कि डिप्रेसिव हुंदा है। फिर साडे जीवन दा जिहड़ा साधन है वो साडी अर्निंग है। एक डर हुंदा है कि जे कोई बिजनेसमैन है तो उन्हें हमेशा ही डर रहिंदा है कि मेरा जिहड़ा बिजनेस है ये फेल ना हो जाए, ये घट ना जाए। नौकरी वालियां नूं कई बारी नौकरी च बड़ी इनसिक्योरिटी हुंदी है कि जे मेरी नौकरी चली गई तो मैं अपनी फैमिली नूं किवें पालांगा। एंड होर बहुत सारे फीयर्स ने जिहड़े कि ਜਦੋਂ ਸਾਨੂੰ ਹੁੰਦੇ ਨੇ ਅਸੀਂ ਸੋਚ ਸਕਦੇ ਹਾਂ ਕਿ ਹੋਰ ਕਿੰਨੇ ਫੀਅਰ ਹੈਗੇ ਨੇ, ਪਰ ਮੇਨ ਫੀਅਰ ਜਿਹੜੇ ਨੇ ਉਹ ਇਹੀ ਹੈਗੇ ਨੇ। ਜਦੋਂ ਫੀਅਰ ਆਂਦਾ ਹੈ ਉਸ ਵੇਲੇ ਸਾਡੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਜਾਂਦੀ, ਅਸੀਂ ਟੋਟਲੀ ਆਪਣੇ ਆਪ ਨੂੰ ਲੂਜ਼ ਕਰ ਦਿੰਦੇ ਹਾਂ। ਪਰ ਉਹ ਬੜਾ ਡੈਲੀਕੇਟ ਟਾਈਮ ਹੁੰਦਾ ਹੈ। ਉਸ ਵੇਲੇ ਲੂਜ਼ ਕਰਨ ਨਾਲ ਕਿੰਨਾ ਲਾਸ ਹੁੰਦਾ ਹੈ, ਕਿੰਨੀ ਵੀਕਨੈਸ ਆਂਦੀ ਹੈ, ਉਹ ਸਾਡੇ ਵੱਸ ਵਿੱਚ ਨਹੀਂ ਰਹਿੰਦਾ। ਹੁਣ ਅਸੀਂ ਸਾਰੇ ਗੁਰਬਾਣੀ ਪੜ੍ਹਨ ਵਾਲੇ ਹਾਂ, ਅਸੀਂ ਗੁਰਬਾਣੀ ਦਾ ਹੀ ਆਸਰਾ ਲੈਂਦੇ ਹਾਂ, ਔਰ ਆਸਰਾ ਹੈ ਵੀ ਗੁਰਬਾਣੀ ਦਾ, ਹੋਰ ਕੋਈ ਆਸਰਾ ਹੈ ਵੀ ਨਹੀਂ। ਕਿਉਂਕਿ ਜਿੰਨੀ ਸਚਾਈ ਔਰ ਜਿੰਨੀ ਸਟਰੈਂਥ ਗੁਰਬਾਣੀ ਵਿੱਚ ਹੈ, ਹੋਰ ਕਿਸੇ ਸਮਝਾਉਣ ਵਿੱਚ ਨਹੀਂ। ਔਰ ਅਸੀਂ ਜਿਹੜਾ ਸਮਝਾਉਂਦੇ ਹਾਂ ਉਹ ਵੀ ਗੁਰਬਾਣੀ ਦੇ ਬੇਸ ਤੇ ਸਮਝਾਉਂਦੇ। ਸਾਰੀ ਵਿਜ਼ਡਮ ਤੇ ਗੁਰਬਾਣੀ ਤੋਂ ਹੀ ਆ ਰਹੀ ਹੈ। ਉਹ ਟਰੂਥ ਜਿਹੜਾ ਹੈ ਭਾਵੇਂ ਕਿਸੇ ਵੀ ਧਰਮ ਵਿੱਚ ਹੋਵੇ, ਪਰ ਸੱਚ ਜਿਹੜਾ ਹੈ ਸਾਰੇ ਧਰਮਾਂ 'ਚ ਇੱਕੋ ਹੀ ਹੈ ਕਿ ਜੀਵਨ ਦਾ ਅਸੂਲ ਕੀ ਹੈ। ਇਹ ਫੀਅਰ ਜਿਹੜੇ ਨੇ ਹੁੰਦੇ ਕਿਉਂ ਨੇ, ਡਿਪਰੈਸ਼ਨ ਹੁੰਦੇ ਕਿਉਂ ਨੇ, ਐਂਗਜ਼ਾਇਟੀ ਹੁੰਦੀ ਕਿਉਂ ਹੈ, ਬੜੇ ਡੈਮੇਜਿੰਗ ਰਿਜ਼ਲਟਸ ਹੁੰਦੇ ਨੇ। ਇੱਕ ਸਾਡੇ ਉੱਥੇ ਉਹਨੇ ਮੇਰੇ ਬ੍ਰਦਰ ਦਾ ਘਰ ਲਿਆ ਹੋਇਆ ਸੀ, ਉਹਨਾਂ ਦੀ ਬੜੀ ਅੱਛੀ ਬਿਜ਼ਨਸ ਸੀ, ਬਿਜ਼ਨਸ ਡਾਊਨ ਹੋ ਗਏ ਐਂਡ ਦੈਟ ਮੈਨ ਡਾਈਡ ਆਫ ਹਾਰਟ ਅਟੈਕ। ਬਾਅਦ ਵਿੱਚ ਉਹਦੇ ਬੱਚੇ ਕੰਮ ਕਰਦੇ ਰਹੇ, ਜਵਾਨ ਬੱਚੇ ਸੀ, ਠੀਕ ਠਾਕ ਹੋ ਗਏ, ਬਟ ਉਸ ਵੇਲੇ ਫੀਅਰ ਇੰਨਾ ਸੀ ਕਿ ਹੀ ਲੋਸਟ ਹਿਜ਼ ਲਾਈਫ। ਕਈ ਵਾਰੀ ਇੰਨੀ ਘਬਰਾਹਟ ਹੋ ਜਾਂਦੀ ਹੈ ਕਿ ਬੰਦਾ ਸੋਚਦਾ ਕਿ ਹੁਣ ਮੇਰੇ ਜੀਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ, ਮੈਂ ਫੇਸ ਹੀ ਨਹੀਂ ਕਰ ਸਕਦਾ। ਉਹ ਆਪਣੀ ਜਾਨ ਗਵਾ ਦਿੰਦਾ, ਉਹ ਸੁਸਾਈਡ ਕਰ ਲੈਂਦਾ। all this is fear। ਸੋ ਇੱਥੇ ਗੁਰਬਾਣੀ ਫਿਰ ਸਾਡੀ ਮਦਦ ਨੂੰ ਆਉਂਦੀ ਹੈ। ਜਦੋਂ ਅਸੀਂ ਗੁਰਬਾਣੀ ਨੂੰ ਖੋਲ੍ਹਦੇ ਹਾਂ, ਗੁਰਬਾਣੀ ਨੂੰ ਉਸ ਪੁਆਇੰਟ ਆਫ ਵਿਊ ਤੋਂ ਲੈਂਦੇ ਹਾਂ। ਕਿਉਂਕਿ ਜੇ ਅਸੀਂ ਗੁਰਬਾਣੀ ਸਾਰੀ ਇਕੱਠੀ ਲੈ ਲਈਏ ਔਰ ਅਸੀਂ ਸੋਚੀਏ ਕਿ ਸਾਡਾ ਫੀਅਰ ਦੂਰ ਹੋ ਜਾਏਗਾ, ਔਰ ਸਾਰੀਆਂ ਚੀਜ਼ਾਂ ਇਕੱਠੀਆਂ ਨਹੀਂ ਹੁੰਦੀਆਂ। ਅਸੀਂ ਗੁਰਬਾਣੀ ਦੇ ਵਿੱਚੋਂ ਹੀ ਉਸ ਟੌਪਿਕ ਲੈ ਕੇ ਉਹਦੇ ਤੇ ਜਦੋਂ ਵਿਆਖਿਆ ਕਰਨੇ ਆ, ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਕਮਜ਼ੋਰੀਆਂ ਵਿੱਚੋਂ ਕਿਸ ਤਰ੍ਹਾਂ ਨਿਕਲਿਆ ਜਾ ਸਕਦਾ ਹੈ। ਹੁਣ ਇਹਦੇ ਵਿੱਚ ਜਿਹੜੀ ਬਹੁਤ ਵੱਡੀ ਸਚਾਈ ਆਂਦੀ ਹੈ, ਸ਼ੁਰੂ ਵਿੱਚ ਹੀ ਜਪਜੀ ਸਾਹਿਬ ਵਿੱਚ ਆਂਦਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਭਾਵੇਂ ਅਸੀਂ ਰੋਜ਼ ਪਾਠ ਕਰਨੇ ਆ, ਪਰ ਅਸੀਂ ਉਹਨੂੰ ਇਸ ਤਰ੍ਹਾਂ ਕਦੀ ਐਨਾਲਾਈਜ਼ ਨਹੀਂ ਕੀਤਾ। ਜੇ ਉਹਨੂੰ ਅੱਜ ਅਸੀਂ ਉਹਨੂੰ ਗਹਿਰਾਈ ਵਿੱਚ ਐਨਾਲਾਈਜ਼ ਕਰਕੇ ਉਹਦੇ ਤੋਂ ਹੀ ਸਾਰੀ ਸਚਾਈ ਲੈ ਕੇ ਇਸ ਫੀਅਰ ਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਮਤਲਬ ਹੈ ਕਿ ਇਹ ਜੋ ਕੁਛ ਤੁਹਾਡੇ ਨਾਲ ਹੋ ਰਿਹਾ ਹੈ,
ਇਹ ਉਹਦੇ ਕਾਨੂੰਨ ਦੇ ਮੁਤਾਬਿਕ ਤੁਹਾਡੀ ਡੈਸਟਨੀ ਦੇ ਵਿੱਚ ਲਿਖਿਆ ਹੋਇਆ। ਉਹਦੇ ਮੁਤਾਬਿਕ ਕੁਝ ਵੀ ਜਿਹੜਾ ਹੋ ਰਿਹਾ ਹੈ ਉਹ ਗਲਤ ਨਹੀਂ ਹੋ ਰਿਹਾ, ਉਹ ਉਸ ਤਰ੍ਹਾਂ ਹੀ ਹੋਣਾ ਸੀਗਾ। ਹੁਣ ਉਹ ਤੁਹਾਡੀ ਡੈਸਟਨੀ 'ਚ ਲਿਖਿਆ ਹੋਇਆ, ਤੁਹਾਡੇ ਕਰਮਾਂ 'ਚ ਲਿਖਿਆ ਹੈ, ਤੁਹਾਡੇ ਪ੍ਰਾਰਬਧ ਵਿੱਚ ਲਿਖਿਆ ਹੈ। ਸਾਰੀ ਬੇਸ ਜਿਹੜੀ ਉਹ ਕਾਹਦੇ ਤੇ ਹੈ? ਸਾਡੇ ਕਰਮਾਂ ਤੇ। ਕਰਮ ਸਾਡੇ ਦੋ ਪ੍ਰਕਾਰ ਦੇ ਨੇ, ਇੱਕ ਸੰਚਿਤ ਕਰਮਾਂ ਨੇ, ਇੱਕ ਪ੍ਰਾਰਬਧ ਕਰਮਾਂ ਹੈ। ਜੇ ਸਾਡੇ ਕਰਮ ਬਹੁਤ ਸਾਰੇ ਹੋਣ ਤੇ ਉਹਦੇ ਵਿੱਚੋਂ ਕੁਝ ਸਾਨੂੰ ਵੰਡ ਕੇ ਦਿੱਤੇ ਜਾ ਦਿੱਤੇ ਨੇ ਕਿ ਇਸ ਜਨਮ ਵਿੱਚ ਤੁਸੀਂ ਇਹਨਾਂ ਕਰਮਾਂ ਤੇ ਕੰਮ ਕਰ ਲਓ। ਪਰ ਜਿਸ ਵੇਲੇ ਉਹ ਕਰਮ ਸਾਡੇ ਖਤਮ ਹੋ ਜਾਂਦੇ ਨੇ ਉਸ ਵੇਲੇ ਅਸੀਂ ਸਾਡਾ ਜੀਵਨ ਜਿਹੜਾ ਵਾਪਸ ਲੈ ਲਿਆ ਜਾਂਦਾ। ਸੋ ਹੁਣ ਜਦੋਂ ਅਸੀਂ ਇਸ ਪੁਆਇੰਟ ਆਫ ਵਿਊ ਤੋਂ ਸੋਚੀਏ ਕਿ ਇਹ ਕਿਸ ਤਰ੍ਹਾਂ ਇਹ ਸਾਰਾ ਲਿਖਿਆ ਕਿਵੇਂ ਗਿਆ, ਮੇਰੀ ਕਿਸਮਤ ਵਿੱਚ ਜੋ ਸਾਰੇ ਦੁੱਖ ਨੇ ਇਹ ਕਿਸ ਤਰ੍ਹਾਂ ਆਏ ਨੇ, ਜੇ ਅਸੀਂ ਉਹਨੂੰ ਉਹਦੀ ਸੱਚਾਈ ਤੱਕ ਪਹੁੰਚੀਏ, ਉਹਨੂੰ ਐਨਾਲਾਈਜ਼ ਕਰੀਏ, ਉਹ ਸਾਨੂੰ ਸਮਝ ਆ ਜਾਏ ਤੇ ਫਿਰ ਸਾਡੇ ਵਿੱਚ ਉਹ ਨਿਰਭੈਤਾ ਆ ਸਕਦੇ। ਹੁਣ ਸਵਾਲ ਉਸਦਾ ਹੈ, ਇੱਥੇ ਹੁਣ ਸਵਾਲ ਆਉਂਦਾ ਹੈ ਕਿ ਜਿਹੜਾ ਮੈਂ ਅਕਸਰ ਹੀ ਕਹਿੰਦੀ ਹਾਂ ਕਿ ਉਹ ਇਹ ਕਹਿੰਦਾ ਕਿ ਇਹ ਮੇਰਾ ਹੀ ਡਰਾਮਾ ਹੈ, ਸਾਰੇ ਸੰਸਾਰ ਵਿੱਚ ਮੇਰਾ ਹੀ ਡਰਾਮਾ ਚੱਲ ਰਿਹਾ ਹੈ, ਪਰ ਹਰ ਇੱਕ ਦੇ ਜੀਵਨ ਵਿੱਚ ਉਹਦਾ ਡਰਾਮਾ ਵੱਖਰਾ ਹੈਗਾ, ਉਹਦੇ ਵਾਸਤੇ ਜਿਹੜਾ ਹੈ ਉਹਦਾ ਰੋਲ ਵੱਖਰਾ ਹੈਗਾ ਹੈ। ਪਰ ਹਾਊ ਡਰਾਮਾ ਹੈਜ਼ ਬੀਨ ਰਿਟਨ ਫॉर ਐਵਰੀ ਇੰਡੀਵਿਜੂਅਲ, ਡਰਾਮੇ ਦੀ ਜਿਹੜੀ ਬੇਸ ਹੈ, ਦੇਖੋ ਡਰਾਮੇ ਦਾ ਪਲਾਟ ਕੀ ਹੈ? ਸਾਡੇ ਕਰਮ। ਉਹਦੀ ਡਰਾਮੇ ਦੀ ਜਿਹੜੀ ਵਰਕਿੰਗ ਹੈ ਉਹ ਸਾਡਾ ਜੀਵਨ ਆ। ਸੋ ਪਰਮਾਤਮਾ ਨੇ ਇਸ ਡਰਾਮੇ ਦੇ ਵਿੱਚ ਕਿਤੇ ਕੋਈ ਗਲਤੀ ਨਹੀਂ ਕੀਤੀ ਕਿ ਉਹ ਬੈਠ ਕੇ ਕਿਸੇ ਨੂੰ ਕੋਈ ਵੀ ਰੋਲ ਦੇ ਦੇ ਬਈ ਬਸ ਮੈਂ ਤੈਨੂੰ ਭੇਜ ਰਿਹਾ ਤੇ ਮੈਂ ਹੈਪਾ ਜਿਹੜੀ ਜੋ ਰੋਲ ਆਇਆ ਤੈਨੂੰ ਕਰਨਾ ਪੈਗਾ। ਨਹੀਂ, ਇਹ ਡਰਾਮਾ ਬੜੀ ਇੰਟੈਲੀਜੈਂਟਲੀ ਬੜੀ ਪਰਫੈਕਸ਼ਨ ਨਾਲ ਲਿਖਿਆ ਹੋਇਆ ਹੈ, ਉਸ ਤਰ੍ਹਾਂ ਹੀ ਲਿਖਿਆ ਹੋਇਆ ਹੈ ਜਿਹੜਾ ਅਸੀਂ ਡਿਜ਼ਰਵ ਕਰਨੇ। ਨਾਟ ਓਨਲੀ ਅਸੀਂ ਡਿਜ਼ਰਵ ਕਰਨੇ ਆ ਬਲਕਿ ਉਹ ਸਾਡੀ ਫੇਵਰ ਵਿੱਚ ਹੈ ਕਿ ਸਾਨੂੰ ਇੱਕ ਅਪਰਚੂਨਿਟੀ ਦਿੱਤੀ ਜਾਂਦੀ ਹੈ ਕਿ ਤੁਸੀਂ ਉਹਨਾਂ ਕਰਮਾਂ ਨੂੰ ਵਰਕ ਆਊਟ ਕਿਵੇਂ ਕਰਨਾ। ਉਹਨਾਂ ਨੂੰ ਵਰਕ ਆਊਟ ਕਰਨ ਵਾਸਤੇ ਸਾਨੂੰ ਇੱਕ ਬੜੀ ਪਰਫੈਕਟ ਸਟੇਜ ਦਿੱਤੀ ਜਾਂਦੀ ਹੈ। ਡਰਾਮਾ ਤੇ ਉਹਨੇ ਲਿਖ ਕੇ ਭੇਜ ਦਿੱਤਾ, ਹੁਣ ਉਹਨੂੰ ਪਰਫਾਰਮ ਕਰਨ ਵਾਸਤੇ ਸਾਨੂੰ ਇੱਕ ਸਟੇਜ ਚਾਹੀਦੀ ਜਿਹਦੇ ਉੱਤੇ ਅਸੀਂ ਐਕਟਿੰਗ ਕਰ ਰਹੇ ਹਾਂ। ਉਹਦੇ ਵਿੱਚ ਡਰਾਮੇ ਦੇ ਵਿੱਚ ਕਈ ਸਾਰੇ ਐਕਟਰਸਾਂ ਹਿੱਸਾ ਲੈ ਰਹੇ ਨੇ। ਉਹ ਕੌਣ ਨੇ? ਉਹ ਉਹਨੇ ਸਾਨੂੰ ਪੇਰੈਂਟਸ ਦੇ ਰੂਪ ਵਿੱਚ, ਫਿਰ ਹਸਬੈਂਡ ਵਾਈਫ ਦੇ ਰੂਪ ਵਿੱਚ, ਫਿਰ ਬੱਚਿਆਂ ਦੇ ਰੂਪ ਵਿੱਚ, ਫਿਰ ਰਿਸ਼ਤੇਦਾਰਾਂ ਦੇ ਰੂਪ ਵਿੱਚ, ਐਂਡ ਆਲਸੋ ਜਿੱਥੇ ਅਸੀਂ ਨੌਕਰੀਆਂ ਕਰ ਰਹੇ ਹਾਂ ਔਰ ਹੋਰ ਕਈ ਤਰ੍ਹਾਂ ਦੇ ਰੂਪਾਂ ਦੇ ਵਿੱਚ ਉਹ ਸਾਰੇ ਉਸ ਡਰਾਮੇ ਦੇ ਵਿੱਚ ਪਾਰਟ ਲੈ ਰਹੇ। ਉਹਦਾ ਤੁਹਾਨੂੰ ਇਹ ਆਸਾਨੀ ਹੋ ਜਾਂਦੀ ਹੈ ਕਿ ਉਸ ਡਰਾਮੇ ਨੂੰ ਪਲੇ ਕਰਨਾ ਸੌਖਾ ਹੋ ਜਾਂਦਾ। ਜਿਹੜੇ ਮੇਰੇ ਕਰਮ ਨੇ ਉਹਨਾਂ ਨੂੰ ਮੈਂ ਇਕੱਲਾ ਨਹੀਂ ਕੱਢ ਸਕਦਾ, ਜਿਨ੍ਹਾਂ ਦੇ ਨਾਲ ਮੇਰੇ ਕਰਮ ਨੇ ਉਹ ਸਾਰੇ ਉਸ ਡਰਾਮੇ ਦੇ ਪਾਤਰ, ਭਾਵੇਂ ਮੇਰੇ ਬੱਚੇ ਨੇ, ਭਾਵੇਂ ਮੇਰਾ ਹਸਬੈਂਡ ਹੈ, ਭਾਵੇਂ ਮੇਰੇ ਸਹੁਰੇ ਨੇ, ਉਹ ਸਾਰੇ ਇਹਦੇ ਪਾਤਰ ਨੇ, ਉਹ ਸਾਰੇ ਆਪਣਾ ਆਪਣਾ ਰੋਲ ਪਲੇ ਕਰ ਰਹੇ ਨੇ। ਬਟ ਮੈਨੂੰ ਸਿਰਫ ਆਪਣਾ ਰੋਲ ਪਲੇ ਕਰਨ ਦਾ ਹੀ ਛੂਟ ਹੈ, ਕਿਉਂਕਿ ਮੈਂ ਕਿਸੇ ਦਾ ਰੋਲ ਤੇ ਪਲੇ ਨਹੀਂ ਕਰ ਸਕਦੀ। ਕੋਈ ਰੋਲ ਜਿਸ ਤਰ੍ਹਾਂ ਵੀ ਕਰ ਰਿਹਾ ਹੈ ਪਰ ਉਹਦੇ ਵਿੱਚ ਉਹਦਾ ਗਲਤ ਹੈ ਭਾਵੇਂ ਠੀਕ ਹੈ, ਪਰ ਉੱਥੇ ਮੈਂ ਦੇਖਣਾ ਕਿ ਮੇਰਾ ਰੋਲ ਕੀ ਹੈ। This is the
gist of the topic कि मेरा रोल की है in every situation, as a daughter, as a son, as a husband, as a wife, as an employee, as मेरे relative, सारियां दे नाल मेरा रोल है, बट मैं जो प्ले करना है वो सिर्फ मैं प्ले करना है। अपना रोल वो मैं किस तरह कर रहा, दूसरे अपना रोल ना प्ले कर वो मेरी जिम्मेवारी नहीं, किस तरह प्ले कर मेरी जिम्मेवारी सिर्फ अपना प्ले। लेकिन की हुंदा है, ਅਸੀਂ जिस संसार में विचर रहे हैं एक ड्रामा है। साडे सारे जेडे संबंध ने, जेडे साडे इंटरैक्शन ने, ये सारे ड्रामा है, ये ड्रामे दे रोल ने। पर की है कि जीवन का कोई ढंग इस तरह का है, बजाय से कि असी अपना रोल देखिए, असी यूजली दूसरों के रोल देख के ये ब्लेम करने कि इन्हें ठीक तरह रोल नहीं प्ले किया, जिस करके मेरे रस्ते रुकावट आ गई और मैं अपना रोल नहीं प्ले कर सकिया। सारा जेड़ा झंझट है इत्थे आके आंदा है। जो कोई मर्जी अपना रोल प्ले करे, जे मैं अपना रोल प्ले कर रहा वां ते मेरी लाइफ बड़ी स्मूथ है, लेकिन ये नहीं हुंदा। ਇਹਦੇ ਵਾਸਤੇ फिर सानू बाणी दा बार बार आसरा लेना पैंदा, बार बार सानू बाणी नू कोट करना पैंदा। हुण जेकर उस ड्रामे दे भी सानू रोल ही एग्जैक्ट दिता गया है जिदे नाल के मेरे कर्म कट्टे जाण और मेरे आले दुआले जेडे एक्टर सन वो ये ने कि मैनू हेल्प कर रहे ने, भावें उन्हां दा रोल इस तरह दा है कि मैनू दुख दे रहे ने, पर उन्हां दा रोल है। जे मैं उस रोल नू रजिस्ट नहीं कर रहा, उन्हां दे दुख देण वाले रोल नू बर्दाश्त कर रहा वां कि मैनू ये अपॉर्चुनिटी मिली है कि मैं इस जन्म दे विच इहदे नाल जेड़ा मेरा रोल है वो मैं प्ले करना, ताकि मैनू अगले जन्म विच ना ले जाना। इत्थे आके मन जेड़ा छेती छेती अग्री नहीं करता, मन नहीं मनदा, मन कहंदा नहीं उन्हें तुहाडे नाल ऐ कीता है, तुसी ओहदे नाल ए करना है। सो दे आर रिस्पोंसिबल तुहाडियां दुखां वास्ते, दे आर रिस्पोंसिबल उन्हां दे जेहड़े रिएक्शन ने, दे आर रिस्पोंसिबल तुहाडियां दुखां वास्ते। तो सो तुसी की करदे हो कि तुसी रिएक्ट करदे हो। ਜਦੋਂ ਤੁਸੀਂ ਰਿਐक्ਟ ਕਰਦੇ ਹੋ ਤਾਂ ਡਰਾਮਾ ਜਿਹੜਾ ਹੈਗਾ ਹੈ ਉਹ ਸਾਰਾ ਕਨਫਿਊਜ਼ ਹੋ ਜਾਂਦਾ। ਵਿਦ ਦਾ ਰਿਜ਼ਲਟ ਅਸੀਂ ਆਪਣਾ ਰੋਲ ਪਲੇ ਨਾ ਕਰਦੇ ਹੋਏ ਦੂਸਰਿਆਂ ਦੇ ਰੋਲ ਨੂੰ ਦੇਖਦੇ ਹੋਏ ਉਹ ਹੀ ਆਪਣੇ ਜਿਹੜੀ ਸਾਡਾ ਰੋਲ ਅਗਲੇ ਜਨਮ ਤੱਕ ਲੈ ਜਾਂਦਾ। ਸੋ ਲਾਈਕ ਦਿਸ ਵੀ ਗੋ ਜਨਮ ਆਫਟਰ ਜਨਮ। ਹੁਣ ਹਾਊ ਟੂ ਕਮ ਆਊਟ ਆਫ ਦੈਟ, ਇਹਦੇ ਵਿੱਚ ਰੁਕਾਵਟ ਕੀ ਹੈ? रुकावट है मैं दी, ईगो दी। ईगो छेती छेती अपनी कमजोरी नू मनन वास्ते तैयार। सेकंड ईगो कहती है मैं कर रहा हूं, इधरे ते ईगो अपने कह के रिस्पोंसिबल समझेगी कि मेरे को गलत होया है, ते वो डाउन चली जाएगी, डिप्रेशन में चली जाएगी। किधरे ईगो कहेगी कि ए मैं अच्छा किया है, ईगो जड़ी है बूस्ट हो जाएगी। मैं अपने आप से जिम्मेवारी ली हुई है, मैं गिल्ट ले लेना एक काम मेरे को ठीक नहीं होया, इस तरह करना चाहिए सी, वो मेरे अंदर एक कमजोरी, एक फियर पैदा कर देना। ਇਹਦੇ ਵਿੱਚੋਂ ਨਿਕਲਿਆ ਕਿਸ ਤਰ੍ਹਾਂ ਜਾਏ? ਇਹਦੇ ਵਿੱਚੋਂ ਨਿਕਲਣ ਦਾ ਤਰੀਕਾ ਜਿਹੜਾ ਹੈ ਉਹ ਗੁਰਬਾਣੀ ਨੇ ਬਹੁਤ ਥਾਵਾਂ ਤੇ ਦੱਸਿਆ, ਬਹੁਤ ਥਾਵਾਂ। ਇਹਦੇ ਵਿੱਚ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹਉਮੈ ਕਹਿਣਾ।
हुक्मे अंदर सबको बाहर हुक्म ना कोई। हुक्मे मीन्स लॉ, ओदा कानून। हर चीज हर इंसान ओदे लॉ दे अंडर काम कर रहा, भावें असी जानिए भावें ना जानिए। जे ओदे लॉ दे अंडर ही काम कर रहा तो जो हो रहा वो कर रहा है, तो हमें कहे ना कोई। जे मैनू यही पता लग जाए वो ही कर रहा है, ते मेरी ईगो किवें अगे आएगी, हमें किवें अगे आएगी कि मैं कर रहा। हौली हौली बाणी पढ़द्या ओदी गहराई भी जांदियां ये पता लगता है कि एक्चुअली मैं नहीं कर रहा। तू करता करना मैं नाही, जाहो करी ना होई। तू करता है, तू करने वाला है, मेरे कीतियां कुछ नहीं हुंदा, मैं कुछ नहीं कर रहा। हुण जेकर मैं जिम्मेवारी ओनू दे दिती ते मैनू फिकर कादा। जिन करते कारण किया सो जाने करता। जिन्हें इस संसार नू पैदा किया है, जिन्हें ये सारी रचना रची है, जिन्हें सारा खेल रचा, जिन्हें तरीका बनाया, साडे रिएक्शन साडे फिर सारे ओनू पता है ये सारा कुछ जेड़ा उन्हें क्यों किया। हुण सानू ये नहीं पता कि ये साडे नाल जो हो रहा क्यों हो रहा है। ਉਹਦੇ ਵਿੱਚੋਂ ਕਹਿੰਦੇ अपने कर्मन की गत मैं क्या जानू। ਮੈਨੂੰ ਤਾਂ ਸਿਰਫ ਇਸ ਜੀਵਨ ਦਾ ਪਤਾ ਹੈ ਜੋ ਮੈਂ ਕੀਤਾ। ਯੂਜੂਅਲੀ ਕੀ ਹੁੰਦਾ ਹੈ ਕਿ ਅਸੀਂ ਸੋਚਦੇ ਹਾਂ ਵੀ ਮੈਂ ਤੇ ਕੁਝ ਬੁਰਾ ਨਹੀਂ ਕੀਤਾ, ਮੇਰੇ ਨਾਲ ਬੁਰਾ ਕਿਉਂ ਹੋ ਰਿਹਾ। ਲੇਕਿਨ ਆਪਣੇ ਕਰਮਨ ਕੀ ਗਤ ਮੈਂ क्या जानू। ਮੈਨੂੰ ਕੀ ਪਤਾ ਹੈ ਕਿ ਮੇਰੇ ਪਿਛਲੇ ਕਰਮ ਜਿਹੜੇ ਨੇ ਉਹ ਕੀ ਨੇ, ਕਿਉਂਕਿ ਪ੍ਰਮਾਤਮਾ ਨੂੰ ਤੇ ਕਿਤੇ ਗਲਤੀ ਨਹੀਂ ਲੱਗਦੀ ਹੈਗੀ। ਉਹਨੇ ਤਾਂ ਤੁਹਾਡੇ ਅੰਦਰ ਹੀ ਰਿਕਾਰਡਿੰਗ ਜਿਹੜੀ ਹੈ ਬਿਠਾਈ ਹੋਈ ਹੈ। ਜੋ ਤੁਸੀਂ ਕਰਦੇ ਹੋ ਰਿਕਾਰਡਿੰਗ ਜਦੋਂ ਤੁਸੀਂ ਅੱਗੇ ਜਾਂਦੇ ਹੋ ਉਹ ਡਿਸਪਲੇ ਹੋ ਜਾਂਦੀ ਹੈ। ਉਹਦੇ ਜਰਾ ਵੀ ਇੱਧਰ ਉੱਧਰ ਨਹੀਂ ਆਉਂਦਾ। ਤੁਹਾਡੇ ਆਪਣੇ ਵਿਚਾਰ, ਤੁਹਾਡੇ ਆਪਣੀ ਸਪੀਚ, ਤੁਹਾਡੇ ਆਪਣੇ ਰਿਐਕਸ਼ਨ ਐਕਸ਼ਨ ਉਹ ਸਾਰੇ ਉੱਥੇ ਰੀਪਲੇ ਹੋ ਜਾਂਦੇ। ਉਹ ਜਦੋਂ ਰੀਪਲੇ ਹੁੰਦੇ ਨੇ ਤੇ ਉਹਦੇ ਹਿਸਾਬ ਨਾਲ ਤੁਹਾਡੇ ਅਗਲੇ ਕਰਮ ਬਣਦੇ। ਹੁਣ ਇਹ ਸਾਨੂੰ ਇੱਕ ਅਪਰਚੂਨਿਟੀ, ਗੋਲਡਨ ਅਪਰਚੂਨਿਟੀ ਮਿਲੀ। ਤੁਹਾਨੂੰ ਪਤਾ ਕਿ कहते ना कि इस देही को देवते तरसे, क्योंकि जिन्ने कर्म कट्टे जाने ने, जिन्नी साडी उन्नति होनी है, जेड़ा असी अपनियां कमजोरियां तो निकलना है। फियर एक बड़ी बड़ी कमजोरी है, इन्हां तो निकलना है। ਉਹਦੇ वास्ते सानू ए जीवन जेड़ा वो बड़ा इंपॉर्टेंट। सिर्फ असी इस जीवन विच, इस शरीर विच ही ਉਹਦੇ वर्क कर सकने आ। ਜਦੋਂ ਇਹ शरीर चला जाता है, भावें आत्मा तो हमेशा ही रहिंदी है और ਜਿਹੜੀਆਂ ਹੈਗੇ ਨੇ अंतःकरण भी रहिंदा है, बट शरीर तो बिना वर्कआउट नहीं हो सकता। सो कितना जरूरी है कि हाउ केयरफुल एंड हाउ विजिलेंट एंड हाउ विवेक बुद्धि वाले सानू होना पवेगा ਇਹਦੇ ਵਿੱਚੋਂ ਨਿਕਲਣ ਵਾਸਤੇ। क्योंकि ਇਹਦੇ ਵਿੱਚ एक्चुअली बुद्धि ਜਿਹੜੀ ਹੈ ਉਹਦਾ बहुत ਵੱਡਾ रोल है। बुद्धि विवेक बुद्धि जिन्ना चिर असी जो असी सुनने वो सानू धारण नहीं हुंदा। हुण असी ये तो साडा शक उतर गया कि जो साडे इस जन्म विच सानू जो दुख सुख जेडे मिल रहे ने वो साडे पिछले कर्मां दा फल है। और वो परमात्मा ने एक साडे जीवन दा ड्रामा बना के सानू इत्थे भेजिया है और ओदे साडे अराउंड इहो जिहा माहौल पैदा कीता है कि असी उस ड्रामे दे विच दे नाल पिछलियां कमियां दे विचों निकल सकीए। कोई साडे दुश्मन होणगे, कोई साडे सज्जन होणगे, कोई साडी नूंह बन के आएगी वो सानू दुख देवेगी, कोई साडी सस बन के आएगी दुख देवेगी, कोई आणगे वो सानू सुख देणगे। ये सारे रिश्ते नाते जेडे साडे बने हुए ने, जेडे सानू
ਇਸ ਜੀਵਨ ਦੇ ਵਿੱਚ ਉਹ ਬੜਾ ਅਨਨੈਚੁਰਲ ਲੱਗਦਾ ਹੈ, ਬੜਾ ਮੁਸ਼ਕਿਲ ਹੁੰਦਾ ਬਰਦਾਸ਼ਤ ਕਰਨ ਦਾ। ਪਰ ਜਦੋਂ ਗੁਰਬਾਣੀ ਪੜ੍ਹਦਿਆਂ ਬੁੱਧੀ ਵਿਵੇਕ ਹੋ ਜਾਂਦੀ ਹੈ, ਫਿਰ ਇੱਕਦਮ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਮੇਰਾ ਹੀ ਕੀਤਾ ਹੋਇਆ, ਮੇਰੇ ਅੱਗੇ ਆ ਰਿਹਾ, ਔਰ ਮੈਨੂੰ ਇੱਕ ਅਪਰਚੁਨਿਟੀ ਮਿਲ ਰਹੀ ਉਹਦੇ ਵਿੱਚੋਂ ਨਿਕਲਣ ਦੀ। ਕਿਉਂਕਿ ਜਿੰਨੀ ਡਿਫਿਕਲਟ ਸਿਚੁਏਸ਼ਨ ਹੋਏਗੀ, ਉਹਨਾਂ ਸਾਡਾ ਜਿਹੜਾ ਅੰਦਰ ਦੀਆਂ ਕਲਾਵਾਂ ਨੇ ਉਹ ਜਾਗਰਿਤ ਹੋਣ। ਤੁਸੀਂ ਇਹ ਦੇਖੋ ਕਿ ਜਦੋਂ ਸਾਡੇ ਤੇ ਕੋਈ ਬੜੀ ਇੰਟੈਂਸ ਮੁਸ਼ਕਲ ਆ, ਬੜੀ ਇੰਟੈਂਸ, ਉਹਦੇ ਦੋ ਰਿਐਕਸ਼ਨ ਹੁੰਦੇ ਨੇ। ਇੱਕ ਹੁੰਦਾ ਹੈ ਅਸੀਂ ਇੰਨੇ ਕਮਜ਼ੋਰ ਹੋ ਗਏ, ਡਿਪਰੈਸ਼ਨ ਵਿੱਚ ਚਲੇ ਗਏ, we couldn't handle the situation। ਉੱਥੇ ਅਸੀਂ ਕੀ ਹੈ, ਅਸੀਂ ਆਪਣੀ ਅਪਰਚੁਨਿਟੀ ਲੂਜ਼ ਕਰ ਦਿੱਤੀ। ਦੂਸਰੀ ਹੈ ਜਦੋਂ ਗੁਰਬਾਣੀ ਦੇ ਰਾਹੀਂ ਸਾਨੂੰ ਗੁਰਬਾਣੀ ਨੇ ਵਿਜ਼ਡਮ ਦਿੱਤੀ ਹੈ, ਸਟਰੋਂਗ ਬਣਾਇਆ ਹੈ, ਤੇ ਸਾਡੇ ਉਸ ਵੇਲੇ ਜਦੋਂ ਅਸੀਂ ਸੋਚੀਏ ਤਾਂ ਸਾਡੀਆਂ ਜਿਹੜੀਆਂ ਸੁੱਤੀਆਂ ਹੋਈਆਂ ਕਲਾਵਾਂ ਨੇ ਉਹ ਜਾਗ ਜਾਂਦੀਆਂ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਇਨਰ ਇਨਲਾਈਟਨਮੈਂਟ। ਉਸ ਵੇਲੇ ਤੁਹਾਡੀਆਂ ਜਦੋਂ ਸੁੱਤੀਆਂ ਹੋਈਆਂ ਕਲਾਵਾਂ ਜਾਗਦੀਆਂ ਨੇ ਤੇ ਇਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ ਕਿ ਤੁਸੀਂ ਸੋਚਦੇ ਹੋ ਕਿ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੈਂ ਇੰਨਾ ਸਟਰੋਂਗ ਆ, ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਇਹਦੀ ਸੋਲੂਸ਼ਨ ਇੰਨੀ ਹੋ ਸਕਦੀ ਹੈ। ਹੁਣ ਉਹਦਾ ਇੱਕ ਬੜਾ ਫਾਇਦਾ ਹੁੰਦਾ ਹੈ, ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜੇ ਇੱਕ ਵਾਰੀ ਤੁਹਾਨੂੰ ਇਹ ਯਕੀਨ ਹੋ ਗਿਆ ਕਿ ਇਹ ਕਲਾਵਾਂ ਤੇ ਸਾਰੀਆਂ ਮੇਰੇ ਅੰਦਰ ਹੀ ਹੈਗੀਆਂ ਨੇ, ਕਿਧਰੋਂ ਬਾਹਰੋਂ ਨਹੀਂ ਲਿਆਣੀਆਂ, ਤੇ ਜੇ ਮੈਂ ਇੱਕ ਵਾਰੀ ਉਸ ਕਲਾ ਨੂੰ ਜਗਾ ਕੇ ਕਾਮਯਾਬ ਹੋ ਗਿਆ ਤੇ ਮੈਂ ਹਰ ਵਾਰੀ ਜਦੋਂ ਅਗਲੀ ਸਿਚੁਏਸ਼ਨ ਆਏਗੀ ਤੇ ਉਸ ਕਲਾ ਨੂੰ ਜਗਾ ਕੇ ਮੈਂ ਉਹਦੇ 'ਚ ਕਾਮਯਾਬ ਹੋ ਜਾਣਾ। ਸੋ ਦਿਸ ਇਜ਼ ਕਾਲਡ ਐਕਸਪੀਰੀਅੰਸ। ਜਿਸ ਤਰ੍ਹਾਂ ਮੈਂ ਕਿਹਾ ਸੀ ਕਿ ਪਹਿਲਾ ਜਿਹੜਾ ਜਦੋਂ ਅਸੀਂ ਗੁਰਬਾਣੀ ਪੜ੍ਹਨੇ ਆ, ਨਿਰੀ ਜਦੋਂ ਅਸੀਂ ਪਾਠ ਕਰਨੇ ਆ, ਦੈਟ ਇਜ਼ ਇਨਫੋਰਮੇਸ਼ਨ। ਹੁਣ ਇਸੇ ਕਰਕੇ ਗਾਵੀਏ, ਸੁਣੀਏ, ਮੰਨੀਏ ਦੀ ਬੜੀ ਇੰਪੋਰਟੈਂਸ ਹੈ। ਗਾਵੀਏ, ਸੁਣੀਏ, ਮਨ ਰੱਖੀਏ ਪਾਓ, ਦੁੱਖ ਪਰ ਹਰ ਸੁਖ ਕਰ ਬੈਠ। ਭਲੇ ਇੰਪੋਰਟੈਂਸ ਬੜੀ ਦਿੱਤੀ ਗਈ ਹੈ ਗੁਰਬਾਣੀ ਦੇ ਮੀਨਿੰਗ ਦੇ ਅੰਦਰ ਜਾਣ। ਜਿੰਨਾ ਚਿਰ ਅਸੀਂ ਉਹਦੇ ਭਾਵ ਦੇ ਅੰਦਰ ਨਹੀਂ ਜਾਂਦੇ, ਉਹ ਸਾਡਾ ਅਨੁਭਵ ਨਹੀਂ ਬਣਦਾ, ਤੇ ਸਾਡੇ ਵਿੱਚ ਉਹ ਸ਼ਕਤੀ ਨਹੀਂ ਆਉਂਦੀ। ਉਹ ਕਲਾਵਾਂ ਤਾਂ ਜਾਗਦੀਆਂ ਨੇ ਜਦੋਂ ਸਾਡੇ ਅੰਦਰ ਗੁਰਬਾਣੀ ਦਾ ਇੰਨਾ ਗਹਿਰਾ ਅਸਰ ਹੋ ਜਾਂਦਾ ਹੈ ਕਿ ਸਾਨੂੰ ਅੰਦਰੋਂ ਹੀ ਉਹ ਵਿਚਾਰ ਜਿਹੜੇ ਨੇ ਆਣੇ ਸ਼ੁਰੂ ਹੋ ਜਾਣ। ਅੰਦਰੋਂ ਵਿਚਾਰ ਕਿਸ ਤਰ੍ਹਾਂ ਆਉਂਦੇ ਨੇ? ਤੇ ਅੰਦਰ ਤੇ ਉਹ ਬੈਠਾ ਹੋਇਆ। ਜਦੋਂ ਅਸੀਂ ਉਹ ਜਿਹੜੀ ਰੁਕਾਵਟ ਸੀ, ਉਹ ਜਿਹੜੀ ਵੀਲਿੰਗ ਸੀ, ਉਹ ਜਿਹੜਾ ਪਰਦਾ ਪਿਆ ਹੋਇਆ ਸੀ ਸਾਡੀਆਂ ਗਲਤਫਹਿਮੀਆਂ ਦਾ, ਸਾਡੇ ਵਿਕਾਰਾਂ ਦਾ, ਜਿਉਂ-ਜਿਉਂ ਪਰਦਾ ਜਿਹੜਾ ਉਹ ਲੈਂਦਾ ਹੈ, ਜਿਉਂ-ਜਿਉਂ ਪਰਮਾਤਮਾ ਜਿਹੜਾ ਉਹਦੀ ਹੋਂਦ ਸਾਨੂੰ ਜ਼ਿਆਦਾ ਮਹਿਸੂਸ ਹੁੰਦੀ ਹੈ, ਤੇ ਫਿਰ ਸਾਨੂੰ ਇਹ ਲੱਗਦਾ ਹੈ ਮੈਂ ਤੇ ਕਰ ਹੀ ਕੁਛ ਨਹੀਂ ਰਿਹਾ, ਇਹ ਤੇ ਹੋ ਰਿਹਾ ਹੈ। ਔਰ ਜੋ ਹੋ ਰਿਹਾ ਹੈ ਉਹੀ ਹੋਣਾ ਹੈ, ਮੇਰੀ ਉਹਦੇ ਤੇ ਕੋਈ ਰੁਕਾਵਟ ਹੀ ਨਹੀਂ ਹੈਗੀ। ਕਈ ਵਾਰੀ ਬਹੁਤ ਅੱਛਾ ਵੀ ਹੋ ਰਿਹਾ, ਕਈ ਵਾਰੀ ਬਹੁਤ ਮੁਸ਼ਕਿਲ ਵੀ ਹੋ ਰਿਹਾ, ਪਰ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਰਿਹਾ। ਸਿਰਫ ਉਹ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੇ ਨਾ ਹੋਈ। ਤੂੰ ਕਰਨ ਵਾਲਾ ਹੈ, ਮੈਂ ਤੇ ਜੋ ਕਰਨਾ ਹੋ ਹੀ ਨਹੀਂ ਸਕਦਾ, ਕਿਉਂਕਿ ਉਸ ਜੀਵਨ ਦੇ ਵਿੱਚ ਵੇਖਿਆ ਹੈ ਕਿ ਕਈ ਵਾਰ ਅਸੀਂ ਪਲਾਨ ਕਰਨੇ ਆ ਕਿ ਅਸੀਂ ਇਹ ਕਰਨਾ, ਉਹ ਨਹੀਂ ਹੁੰਦਾ। ਲੇਕਿਨ ਕਈ ਵਾਰੀ ਅਸੀਂ ਪਲਾਨ ਹੀ ਨਹੀਂ ਕਰਦੇ ਔਰ ਇੱਕ ਬਹੁਤ ਅੱਛਾ ਹੋ ਜਾਂਦਾ। ਸੋ ਉਹ ਸਾਨੂੰ ਇਸ ਨਤੀਜੇ ਤੇ ਪਹੁੰਚਾਉਂਦਾ ਹੈ ਅਸੀਂ ਕੁਝ ਨਹੀਂ ਕਰ ਰਹੇ, ਉਹ ਸਭ ਕੁਝ ਕਰ ਰਿਹਾ। ਕਿਸ ਤਰ੍ਹਾਂ ਕਰ ਰਿਹਾ ਹੈ? ਸਾਡੇ ਪਿਛਲੇ ਜਿਹੜੇ ਕਰਮ ਨੇ, ਸਾਡਾ ਪਿਛਲਾ ਜਿਹੜਾ ਡਰਾਮਾ ਹੈ, ਉਹਦੇ ਤੇ ਬੇਸ ਸਭ ਕੁਝ ਹੈ। ਜਦੋਂ ਸਾਨੂੰ ਉਹਦੀ ਇੱਕ ਵਾਰੀ ਸਮਝ ਆ ਜਾਂਦੀ ਹੈ ਤੇ ਫਿਰ ਇਹ ਹੁੰਦਾ ਹੈ ਮੇਰੀ ਤੇ ਜ਼ਿੰਮੇਵਾਰੀ ਖਤਮ ਹੋ ਗਈ। ਮੇਰਾ ਤੇ ਇਹੀ ਹੈ ਕਿ ਮੈਨੂੰ ਜਿਵੇਂ ਬੱਚੇ ਨੂੰ ਕਹੀਦਾ ਵੀ ਇਹ ਤੂੰ ਕੰਮ ਕਰ ਲੈ, ਫਿਰ ਤੂੰ ਖੇਲਣ ਚਲਾ ਜਾ। ਤਾਂ ਬੱਚੇ ਨੂੰ ਕੰਮ ਕਰ ਲਿਆ, ਹੁਣ ਬੱਚੇ ਨੂੰ ਕੋਈ ਫਿਕਰ ਨਹੀਂ, ਉਹ ਖੇਲਦਾ ਹੈ ਆਪਣਾ ਆਰਾਮ ਨਾਲ, ਕਿਉਂਕਿ ਉਹਨੂੰ ਇਹ ਪਤਾ ਹੈ ਕਿ ਮੈਂ ਤਾਂ ਸਿਰਫ ਉਹੀ ਕੀਤਾ ਜੋ ਮੇਰੇ ਬਾਪ ਨੇ ਕਿਹਾ, ਹੁਣ ਮੇਰੀ ਕੋਈ ਡਿਊਟੀ ਨਹੀਂ। ਸਿਮਿਲਰਲੀ ਜੇ ਅਸੀਂ ਸੋਚੀਏ ਕਿ
ਕਰ ਤੇ ਉਹ ਸਭ ਕੁਝ ਰਿਹਾ ਏ, ਇਹ ਡਰਾਮੇ ਦੇ ਅਸੀਂ ਪਾਰਟ ਆ, ਪਾਰਟ ਆਪਣਾ ਪਾਰਟ ਆਪਣਾ ਪਾਰਟ ਐਕਟਰ ਆ, ਤੇ ਸਾਨੂੰ ਚਿੰਤਾ ਦੀ ਕੀ ਲੋੜ ਹੈ? ਜਿਨਨੇ ਇਹ ਡਰਾਮਾ ਕ੍ਰੀਏਟ ਕੀਤਾ ਹੈ, ਜਿਹੜਾ ਇਸ ਡਰਾਮੇ ਨੂੰ ਰਨ ਕਰ ਰਿਹਾ ਹੈ, ਫਿਰ ਤੁਹਾਨੂੰ ਇੱਕ ਬੜੀ ਅੰਦਰੋਂ ਇੱਕ ਸਟਰੈਂਥ ਕੀ ਆਏਗੀ ਕਿ ਉਹ ਸਿਰਫ ਇੱਕ ਕ੍ਰੀਏਟ ਹੀ ਨਹੀਂ ਕੀਤਾ, ਉਹ ਡਰਾਮੇ ਨੂੰ ਰਨ ਕਰਨ ਵਾਸਤੇ ਮੇਰੀ ਮਦਦ ਵੀ ਕਰ ਰਿਹਾ ਹੈ। ਜਦੋਂ ਮੈਂ ਮੁਸ਼ਕਲ ਵਿੱਚ ਆ, ਉਸ ਵੇਲੇ ਜੇ ਮੈਂ ਵਿਵੇਕ ਬੁੱਧੀ ਦੇ ਨਾਲ ਸੋਚਿਆ ਹੈ, ਉਹਦੀ ਇੰਨੀ ਮਦਦ ਆਏਗੀ, ਇੰਨੀ ਮਦਦ ਆਏਗੀ ਕਿ ਤੁਹਾਡੇ ਅੰਦਰੋਂ ਉਹ ਵਿਚਾਰ ਜਿਹੜੇ ਨੇ ਉਹ ਹੋ ਜਾਣ। ਕਿਉਂ ਆਣਗੇ? ਕਿਉਂਕਿ ਉਹ ਹੀ ਅੰਦਰ ਬੈਠਾ ਹੈ। ਹੁਣ ਉਹ ਜਿਹੜੀਆਂ ਪਰਤਾਂ, ਜਿਹੜਾ ਪਰਦਾ ਸੀ ਉਹਦੇ ਤੇ ਪਿਆ ਹੋਇਆ ਸਾਡੇ ਭੁਲੇਖਿਆਂ ਦਾ, ਸਾਡੇ ਵਿਕਾਰਾਂ ਦਾ, ਜਦੋਂ ਉਹ ਲੈ ਗਿਆ ਤੇ ਉਹਦੀ ਹੋਂਦ ਸਾਨੂੰ ਸਾਫ਼ ਨਜ਼ਰ ਆਉਣ ਲੱਗ ਪਈ। ਜਦੋਂ ਉਹਦੀ ਹੋਂਦ ਨਜ਼ਰ ਆਉਣ ਲੱਗ ਪਈ, ਫਿਰ ਤੇ ਸਾਨੂੰ ਇੱਕ ਭੁਲੇਖਾ ਹੀ ਰਹਿ ਗਿਆ ਕਿ ਜਿਵੇਂ ਬੱਚੇ ਨੂੰ ਹੁੰਦਾ ਕਿ ਮੇਰਾ ਬਾਪ ਘਰ ਵਿੱਚ ਹੈ, ਮੈਨੂੰ ਕਿਸੇ ਕਿਸਮ ਦਾ ਡਰ ਨਹੀਂ। ਜਦੋਂ ਬਾਪ ਬਾਹਰ ਗਿਆ ਹੋਵੇ ਤੇ ਉਹਨੂੰ ਹੁੰਦਾ ਮੈਂ ਇਕੱਲਾ ਹਾਂ। ਸੋ ਜਦੋਂ ਮੈਨੂੰ ਪਤਾ ਹੈ ਕਿ ਜਿੰਨੇ ਇਹ ਰਚਿਆ ਹੈ ਉਹ ਆਪਣੇ ਆਪ ਜ਼ਿੰਮੇਵਾਰ ਹੈ, ਹੌਲੀ ਹੌਲੀ ਇਹ ਸਾਡੇ ਐਕਸਪੀਰੀਅੰਸ ਵਿੱਚ ਆ ਜਾਂਦਾ। ਐਕਸਪੀਰੀਅੰਸ ਵਿੱਚ ਆਉਣ ਤੋਂ ਬਾਅਦ ਯਕੀਨ ਨਹੀਂ ਹੁੰਦਾ। ਸਾਨੂੰ ਕਈ ਵਾਰੀ ਜਦੋਂ ਬਹੁਤ ਦੁੱਖ ਆਉਂਦਾ ਹੈ, ਬਹੁਤ ਕਸ਼ਟ ਆਉਂਦਾ ਹੈ, ਉਸ ਵੇਲੇ ਇਹ ਜਿਹੜੇ ਨੇ ਸਾਡੀਆਂ ਕਲਾਵਾਂ ਜਿਹੜੀਆਂ ਨੇ ਖੁੱਲਦੀਆਂ ਨੇ। ਤੁਹਾਨੂੰ ਪਤਾ ਕਿ ਮੈਂ ਬਹੁਤ ਵਾਰੀ ਦਿੱਤੀ ਮਿਸਾਲ ਕਿ ਜਦੋਂ ਕ੍ਰਿਸ਼ਨ ਜਾਣ ਲੱਗੇ ਤੇ ਉਹਨਾਂ ਕਿਹਾ अर्जुन ਦੀ ਮਾਂ ਨੂੰ, ਬੁआ ਕੁछ मांग लो। ਉਹਨੇ ਕਿਹਾ कृष्ण दुख देते रहना ताकि तुम हमें भूल ना जाए। एक्चुअली जे परमात्मा सानू दुख ना देवे, सिर्फ सुख होवे, एक ते सुख दी कोई वैल्यू ना हो जे दुख ना होवे ते। दूसरा ये कि जे दुख ना होवे ते साडा जेड़ा डेवलपमेंट बिल्कुल नहीं हो सकदे। असी लाइफ नू बिल्कुल सीधे तरीके नाल खाण पीण एंजॉय करन विच लग के असी इस तरह दे इस तरह चले जाइए, साडी प्रोग्रेस हो ही नहीं सकती। प्रोग्रेस साडी उदों हुंदी है जदों एक दुख आंदा है, वो सानू बड़ी गहरी सोच विच लै जांदा। लेकिन ਇਹਦੇ ਵਿੱਚ ਇੱਕ ਚੀਜ਼ ਜਿਹੜੀ ਹੈ ਉਹ ਸਾਨੂੰ ਯਾਦ ਰੱਖਣ ਵਾਲੀ ਬਹੁਤ ਜ਼ਰੂਰੀ ਹੈ, ਜਿਹੜੀ ਕਿ ਇੱਕ ਵਾਰ ਐਕਸਪੀਰੀਅੰਸ ਕਰਨ ਤੋਂ ਬਾਅਦ, ਜਿਹੜਾ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਦੱਸਦੀ ਹਾਂ, ਵੀ ਪਹਿਲੇ ਐਕਸਪੀਰੀਅੰਸ ਤੋਂ ਬਾਅਦ ਮੈਨੂੰ ਇਹ ਰਿਅਲਾਈਜ਼ ਹੋਇਆ ਸੀ ਕਿ ਇਹ ਸ਼ਕਤੀ ਕਿਸ ਤਰ੍ਹਾਂ ਕੰਮ ਕਰਦੀ ਔਰ ਪਰਮਾਤਮਾ ਕਿੰਨੀ ਮਦਦ ਕਰਦਾ ਹੈ। ਲੇਕਿਨ ਉਸ ਤੋਂ ਪਹਿਲਾਂ ਤੇ ਮੈਨੂੰ ਨਹੀਂ ਸੀ ਪਤਾ। ਉਸ ਤੋਂ ਪਹਿਲਾਂ ਤਾਂ ਮੈਂ ਹੀ ਸੋਚਦੀ ਸੀ ਕਿ ਇਹ ਤੇ ਕਹਿਣ ਦੀਆਂ ਗੱਲਾਂ ਹੀ, ਲੋਕੀ ਕਹਿੰਦੇ ਨੇ ਗੁਰਬਾਣੀ ਪੜੋ, ਠੀਕ ਹੈ, ਲੇਕਿਨ ਨਹੀਂ। ਲੇਕਿਨ ਜਦੋਂ ਮੈਨੂੰ ਇੱਕ ਵਾਰੀ ਐਕਸਪੀਰੀਅੰਸ ਹੋਇਆ ਤੇ ਅੰਦਰ ਸੁੱਤੀਆਂ ਹੋਈਆਂ ਕਲਾਵਾਂ ਜਦੋਂ ਜਾਗੀਆਂ ਔਰ ਉਹਨਾਂ ਨੇ ਅੰਦਰੋਂ ਸਾਰੇ ਵਿਚਾਰ ਦਿੱਤੇ, ਉਸ ਤੋਂ ਬਾਅਦ ਇਸ ਤਰ੍ਹਾਂ ਸੀ ਕਿ ਫਿਊਚਰ ਵਾਸਤੇ ਸਾਰਾ ਰਸਤਾ ਖੁੱਲ ਗਿਆ। ਕਿਉਂਕਿ ਅੰਦਰ ਇੱਕ ਵਿਸ਼ਵਾਸ ਬਣ ਗਿਆ ਕਿ ਤੂੰ ਹੀ ਤੇ ਕਰ ਰਿਹਾ, ਤੂੰ ਹੀ ਮੇਰੇ ਸਿਰ ਤੇ ਆ, ਤੂੰ ਹੀ ਮੁਸ਼ਕਿਲ ਦਿੱਤੀ ਹੈ, ਤੂੰ ਹੀ ਉਹਨੂੰ ਕੱਟਣ ਦਾ ਤਰੀਕਾ ਵੀ ਦੱਸ ਰਿਹਾ ਹੈ। ਫਿਰ ਸਾਡਾ ਫੇਥ ਹੋਣਾ ਬੜਾ ਜ਼ਰੂਰੀ ਹੈ। ਫਿਰ ਫੇਥ ਹੋਰ ਵੱਧ ਜਾਂਦਾ। ਜੇ ਇੱਕ ਵਾਰੀ ਤੁਸੀਂ ਜਦੋਂ ਯਾਦ ਕੀਤਾ, ਉਹ ਤੁਹਾਡੇ ਵਿਚਾਰ ਆਏ ਬਾਹਰ, ਉਹਨਾਂ ਵਿਚਾਰਾਂ ਤੇ ਅਮਲ ਕਰਕੇ ਤੁਸੀਂ ਉਸ ਤਕਲੀਫ ਵਿੱਚੋਂ ਨਿਕਲੇ, ਉਹ ਐਕਸਪੀਰੀਅੰਸ ਤੁਹਾਡਾ ਫਿਰ ਜਿਹੜਾ ਨਾ ਲਾਈਫ ਲੌਂਗ ਹੋ ਗਿਆ। ਜਦੋਂ ਤੁਹਾਨੂੰ ਕਸ਼ਟ ਆਏਗਾ, ਤੁਹਾਡੇ ਵਿਚਾਰ ਉਸੇ ਤਰ੍ਹਾਂ ਕੰਮ ਕਰਨਗੇ। ਸੋ ਹੌਲੀ ਹੌਲੀ ਇਹਦੇ ਤੇ ਅਮਲ ਕਰਦਿਆਂ ਕਰਦਿਆਂ ਇਹ ਬਿਕਮਸ ਅ ਪਾਰਟ ਆਫ ਮਾਈ ਲਾਈਫ। ਸੋ ਫੀਅਰ ਨੂੰ ਫੀਅਰਲੈਸ ਵਿੱਚ ਲੈ ਜਾਣ ਵਾਸਤੇ, ਨਿਰਭੈਤਾ ਵਿੱਚ ਲੈ ਜਾਣ ਵਾਸਤੇ ਸਾਨੂੰ ਉਹਦਾ ਹੀ ਆਸਰਾ ਲੈਣਾ ਪੈਂਦਾ ਕਿ ਉਹ ਹੀ ਨਿਰਭੈ ਹੈ। ਉਹਨੇ ਇੱਕ ਸਾਨੂੰ ਕਿਹਾ ਕਿ ਤੁਸੀਂ ਨਿਰਭੈ ਹੋਣਾ, ਇਹ ਮੇਰੀ ਸਭ ਤੋਂ ਵੱਡੀ ਕੁਆਲਿਟੀ ਔਰ ਮੈਂ ਇਹ ਤੁਹਾਡੇ ਵਿੱਚ ਇਹ ਕੁਆਲਿਟੀ ਦੇਖਣਾ ਚਾਹਨਾ। ਪਰ ਜਿਉਂ ਅਸੀਂ ਨਿਰਭੈ ਹੁੰਨੇ ਆ ਤੇ ਉਹਦੀਆਂ ਸਾਰੀਆਂ ਸ਼ਕਤੀਆਂ ਜਿਹੜੀਆਂ ਨੇ ਉਹ ਸਾਡੇ ਨਾਲ ਮਦਦ ਵਾਸਤੇ ਆ ਕੇ ਅੱਗੇ ਖੜੀਆਂ ਹੋ ਜਾਂਦੀਆਂ। ਸੋ ਕਈ ਵਾਰੀ ਤੇ ਇਸ ਤਰ੍ਹਾਂ ਬੰਦਾ ਇੰਨਾ ਕਮਜ਼ੋਰ ਹੋ ਜਾਂਦਾ ਕਿ ਫੀਅਰ ਦਾ ਫੀਅਰ ਹੀ ਹੋ ਜਾਂਦਾ ਕਿ ਹੁਣ ਮੈਨੂੰ ਇਹ ਫੀਅਰ ਹੈ, ਹੁਣ ਪਤਾ ਨਹੀਂ ਕੀ ਹੋਏਗਾ, ਮੈਂ ਡਿਪਰੈਸ਼ਨ ਵਿੱਚ ਨਾ ਚਲਾ ਜਾ, ਹੁਣ ਇਹ ਨਾ ਹੋਇਆ। ਤਾਂ ਫੀਅਰ ਦਾ ਹੀ ਫੀਅਰ ਹੀ ਹੋ ਜਾਂਦਾ ਕਿ ਕਿਧਰੇ ਇਹ ਨਾ ਹੋ ਜਾਏ। ਸੋ ਹੌਲੀ ਹੌਲੀ ਫਿਰ ਜਦੋਂ ਮਨ ਜਿਹੜਾ ਉਹ ਇੰਨਾ ਸਟਰੋਂਗ ਹੋ ਜਾਂਦਾ ਹੈ
ਕਿ ਫਿਰ ਜਦੋਂ ਨਿਰਭੈਤਾ ਵਿੱਚ ਆ ਜਾਂਦਾ ਹੈ, ਫਿਰ ਪਰਮਾਤਮਾ ਹਰ, ਜਿਸ ਤਰ੍ਹਾਂ ਕਹਿੰਦੇ ਫਿਰ ਸੂਲੀ ਤੋਂ ਸੂਲ ਹੋ ਜਾਂਦੀ ਹੈ। ਡਿਫਿਕਲਟੀ ਆਉਂਦੀ ਹੈ, ਪਰ ਤੁਹਾਨੂੰ ਉਸ ਡਿਫਿਕਲਟੀ ਨੂੰ ਸੋਲਵ ਕਰਨ ਦਾ, ਉਹਦੇ ਚੋਂ ਨਿਕਲਣ ਦਾ ਤਰੀਕਾ ਉਹ ਆਪ ਦੱਸ। ਸੋ ਮੇਰਾ ਖਿਆਲ ਹੈ ਦੇਖਨੇ ਟਾਈਮ ਕੀ ਹੋਇਆ, ਹਾਂ ਅਜੇ 16 ਮਿੰਟ ਹੈਗੇ। ਸੋ ਜੇ ਤੇ ਤੁਹਾਡੇ ਕੁਝ ਸਵਾਲ ਨੇ ਤੇ ਤੁਸੀਂ ਸਵਾਲ ਕਰੋ, ਔਰ ਜੇ ਨਹੀਂ ਤੇ ਫਿਰ ਅਸੀਂ ਥੋੜੀ ਜਿਹੀ ਮੈਡੀਟੇਸ਼ਨ ਕਰ ਲਾਂਗੇ। ਪਰ ਇਹ ਬੜਾ ਸਾਡਾ ਟੌਪਿਕ ਨਾ ਇੱਕ ਆਮ ਲਾਈਫ ਦਾ ਟੌਪਿਕ, ਜਿਹੜਾ ਕਿ ਸਾਡੇ ਜੀਵਨ ਵਿੱਚ ਹਰ ਰੋਜ਼ ਕਿਉਂਕਿ ਜੀਵਨ ਲਾਈਫ ਹੈ ਹੀ ਇਸ ਤਰ੍ਹਾਂ ਦੀ, ਅਸੀਂ ਗਰਜ ਹੀ ਨਹੀਂ ਕਰ ਸਕਦੇ, ਪਰਮਾਤਮਾ ਨੇ ਬਣਾਈ ਇਸ ਤਰ੍ਹਾਂ ਦੀ ਹੈ, ਅਨਐਕਸਪੈਕਟਡ, ਅਨਸੀਨ, ਅਨਪ੍ਰੈਡਿਕਟੇਬਲ, ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਨੇ। ਇਹਦਾ ਭੇਦ ਉਹਨੇ ਸਾਨੂੰ ਨਾ ਦਿੱਤਾ ਨਾ ਦੇਣਾ। ਸੋ ਦੇਰ ਆਰ ਸੋ ਮੈਨੀ ਥਿੰਗਸ ਕਿ ਆਈ ਨੋ ਕਿ ਮੈਨੂੰ ਇਹਨਾਂ ਦੀ ਸੋਲਿਊਸ਼ਨ ਨਹੀਂ ਆਉਂਦੀ, ਐਂਡ ਦੇਰ ਆਰ ਸੋ ਮੈਨੀ ਥਿੰਗਸ ਵਿਚ ਆਈ ਡੋਂਟ ਨੋ ਦੈਟ ਆਈ ਡੋਂਟ। ਬਹੁਤ ਸਾਰੀਆਂ ਚੀਜ਼ਾਂ ਨੇ ਜਦੋਂ ਮੈਂ ਜੇ ਗਹਿਰਾਈ ਵਿੱਚ ਨਹੀਂ ਗਿਆ ਤੇ ਮੈਨੂੰ ਉੱਥੇ ਪਰਮਾਤਮਾ ਦੇ ਕਾਨੂੰਨ ਦਾ ਨਹੀਂ ਪਤਾ ਲੱਗਾ ਕਿ ਪਰਮਾਤਮਾ ਦਾ ਕਾਨੂੰਨ ਕੀ ਹੈ। ਜਿਸ ਤਰ੍ਹਾਂ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਜਦੋਂ ਅਸੀਂ ਬ੍ਰਹਮਾਂਡ ਨਾਲ ਜੁੜਦੇ ਹਾਂ ਤੇ ਅਸੀਂ ਵਿਸਮਾਦ ਵਿੱਚ ਚਲੇ ਜਾਂਦੇ ਹਾਂ। ਹੁਣ ਉਹਦੀ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ ਉਹਦਾ ਸਾਨੂੰ ਨਹੀਂ ਪਤਾ, ਲੇਕਿਨ ਜਿਉਂ-ਜਿਉਂ ਸ਼ਕਤੀਆਂ ਖੁੱਲਦੀਆਂ ਨੇ ਤਿਉਂ-ਤਿਉਂ ਸਾਨੂੰ ਉਹ ਵਿਸਮਾਦ ਵਿੱਚ ਹੋਰ ਜਾਂਦੇ ਹਾਂ, ਔਰ ਫਿਰ ਸਾਨੂੰ ਹੋਰ ਉਹਦੇ ਉੱਤੇ ਜ਼ਿਆਦਾ ਵਿਸ਼ਵਾਸ ਪੈਣਾ। So this is a very ਮਤਲਬ relevant topic to life, and ਇਹਦੇ ਵਿੱਚ ਤੁਹਾਡੇ ਸਵਾਲ ਤੇ ਜ਼ਰੂਰ ਹੋਣਗੇ, ਕਿਉਂਕਿ ਮੈਂ ਸਾਰੀਆਂ ਤੇ ਚੀਜ਼ਾਂ ਨਹੀਂ ਲਈਆਂ ਕਿ ਇਹ ਡਿਫਿਕਲਟੀਜ਼ ਨੇ, ਸਾਡੀਆਂ ਸਭ ਦੀਆਂ ਹੋਰ ਵੀ ਇੰਡੀਵਿਜੂਅਲ ਡਿਫਿਕਲਟੀਜ਼ ਵੀ ਹੁੰਦੀਆਂ ਨੇ ਜਿਹੜੀਆਂ ਕਿ ਮੈਂ ਸਾਰੀਆਂ ਡਿਸਕਸ ਨਹੀਂ ਕੀਤੀਆਂ। ਜੇ ਤੁਹਾਡੀਆਂ ਕੋਈ ਹੋਣ ਤੇ ਜ਼ਰੂਰ ਤੁਸੀਂ ਕਰੋ, ਕਿਉਂਕਿ ਉਹਦੇ ਨਾਲ ਇਹ ਹੈ ਕਿ ਫਿਰ ਦੂਸਰਿਆਂ ਨੂੰ ਵੀ ਫਾਇਦਾ ਹੁੰਦਾ ਹੈ, ਕਿਉਂਕਿ ਉਹਨਾਂ ਦੀਆਂ ਵੀ ਸਿਮਿਲਰ ਡਿਫਿਕਲਟੀਜ਼ ਹੁੰਦੀਆਂ ਨੇ। ਆਂਟੀ ਤੁਸੀਂ ਨਾ ਜਿਹੜਾ ਦੱਸਿਆ ਕਿ ਦੁੱਖ ਚ ਪ੍ਰੋਗਰੈਸ ਹੁੰਦੀ ਹੈ, that is so enlightening because we never think like that. So Yes. I mean that is just the point is so I very enlightening. It's like absolutely like it's like it's so deep that ਤੁਹਾਡੀ ਦੁੱਖ ਚ ਕਿੰਨੀ ਪ੍ਰੋਗਰੈਸ ਹੁੰਦੀ ਹੈ। ਬਿਲਕੁਲ ਬਿਲਕੁਲ, very nice, ਬਿਲਕੁਲ, this is very true, very true, very true. And then especially ਆਪਾਂ ਨੂੰ ਹੁਣ ਤਾਂ it's like it's very current with the COVID going around. Definitely, ਬਿਲਕੁਲ ਬਿਲਕੁਲ ਬਿਲਕੁਲ। ਜੀ ਆਪ ਜੀ ਨੇ ਅੱਜ ਬਹੁਤ ਹੀ ਕਮਾਲ ਦੀ ਆਪ ਜੀ ਦੇ ਤੇ ਜਿਹੜੇ ਇੱਕ ਸੈਂਟੈਂਸਸ ਹੈਗੇ ਨੇ ਇੰਨੇ ਮੀਨਿੰਗਫੁਲ ਹੈਗੇ, ਅੱਜ ਬਹੁਤ ਹੀ ਕਮਾਲ ਦੀ ਆਪਨੇ ਕੀਤੀ। ਤੇ ਆਪਨੇ ਨਾ ਇੱਕ ਮਾਹੌਲ ਜਿਹਾ ਕ੍ਰੀਏਟ ਕਰ ਦਿੱਤਾ ਹੈਗਾ, ਤੇ ਜੇਕਰ ਤੁਸੀਂ ਇਹਦੇ ਉੱਤੇ ਹੀ ਜੋ ਤੁਸੀਂ ਕੀਤਾ ਉਹਦੇ 'ਚ ਹੀ ਲੈ ਕੇ ਉਹਨੂੰ ਥੋੜੀ ਸਾਨੂੰ ਗਾਈਡਡ ਮੈਡੀਟੇਸ਼ਨ ਕਰਾ ਦਿਓ, ਬਹੁਤ ਅੱਛਾ, ਕਿਉਂਕਿ ਅੱਜ ਤੇ ਬਹੁਤ ਹੀ ਕਮਾਲ ਦੀ ਵਿਚਾਰ ਆਪ ਜੀ ਨੇ ਕੀਤੀ ਹੈ। very nice, very nice. ਥੋੜੀ ਜਿਹੀ ਇਹਦੇ ਤੋਂ ਰਿਲੇਟਡ ਹੀ ਕਰਾ ਦਿਓ with this in mind. And very relevant to everyday life because we go through this every single day. Yes. Actually ਜਿੰਨਾ ਚਿਰ ਲਾਈਫ ਸਾਡੀ ਨਹੀਂ ਨਾ ਸੁਧਰਦੀ ਤੇ ਅਸੀਂ ਗੁਰਬਾਣੀ ਨੂੰ ਉਸ ਤਰੀਕੇ ਨਾਲ ਨਹੀਂ ਲਗਾ ਲੈਂਦੇ ਤੇ ਗੁਰਬਾਣੀ ਨੂੰ ਅਲੱਗਾ ਰੱਖਦੇ ਜੀਵਨ ਤੋਂ, ਉਹਨਾਂ ਚਿਰ ਜੀਵਨ ਸੁਧਰ ਨਹੀਂ ਸਕਦਾ। ਔਰ ਜਿੰਨਾ ਚਿਰ ਜੀਵਨ ਸੁਧਰੇ ਨਹੀਂ, ਇਹ ਇਸ ਵਾਈਸ ਵਰਸਾ, ਜਿੰਨਾ ਚਿਰ ਜੀਵਨ ਸੁਧਰੇ ਨਹੀਂ ਗੁਰਬਾਣੀ ਦੀ ਗਹਿਰਾਈ ਵਿੱਚ ਨਹੀਂ ਜਾਵਾਂਗੇ, ਔਰ ਜਿੰਨਾ ਚਿਰ ਗਹਿਰਾਈ ਵਿੱਚ ਨਹੀਂ ਜਾਵਾਂਗੇ ਜੀਵਨ ਨੂੰ ਲਾਗੂ ਨਹੀਂ ਹੋਏਗੀ, ਤੇ ਜੀਵਨ ਦੇ ਜਿਹੜੀਆਂ ਡਿਫਿਕਲਟੀਜ਼ ਨੇ, ਜਿਹੜੀਆਂ ਆਪਣਾ ਗੁੰਝਲਾਂ ਨੇ, ਉਸ ਤਰ੍ਹਾਂ ਹੀ ਪਈਆਂ ਰਹਿਣਗੀਆਂ। ਔਰ ਅਸੀਂ ਉਹਨਾਂ ਗੁੰਝਲਾਂ ਨੂੰ ਸੋਲਵ ਕਰਦੇ ਸੋਲਵ ਨਹੀਂ ਕਰ ਸਕਾਂਗੇ, ਵਿਦ ਦਾ ਰਿਜ਼ਲਟ ਕਿ ਅਸੀਂ ਉਹਦੇ 'ਚ ਫਸੇ ਰਵਾਂਗੇ, ਅੱਗੇ ਨਹੀਂ ਨਿਕਲ ਸਕਾਂਗੇ। ਸੋ ਦੁੱਖ ਜਿਹੜੇ ਨੇ, ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ, ਸਾਨੂੰ ਥੋੜਾ ਜਿਹਾ ਅਸੀਂ ਜਿਹੜੇ ਟੌਪਿਕ ਮਤਲਬ ਕਰ ਵੀ ਲੈਂਦੇ ਆ ਨਾ, ਉਹਨਾਂ ਟੌਪਿਕ ਦੇ ਨਾਲ ਵੀ ਇਹਨਾਂ ਨੂੰ ਤੁਸੀਂ ਜੋੜੋਗੇ ਨਾ ਤੇ ਤੁਹਾਨੂੰ ਹੋਰ ਗਾਈਡੈਂਸ ਮਿਲੇਗੀ ਕਿ ਜਿਹੜਾ ਹੁਣ ਪਿਛਲੀ ਵਾਰ ਦਾ ਸਬ ਕੌਨਸ਼ੀਅਸਨੈਸ ਦਾ ਸੀ, ਉਹਦੇ ਵਿੱਚ ਤੁਹਾਨੂੰ ਇਸ ਟੌਪਿਕ ਨੂੰ ਗਹਿਰਾਈ ਵਿੱਚ ਜਾਣ ਦੀ ਗਾਈਡੈਂਸ ਮਿਲੇਗੀ। ਐਂਡ ਹਰ ਟੌਪਿਕ ਇੱਕ ਦੂਸਰੇ ਨਾਲ ਕਨੈਕਟਡ ਹੈਗਾ ਵੇ।
ਐਂਡ ਮੈਂ ਉਹੀ ਟੌਪਿਕ ਲੈ ਰਹੀ ਹਾਂ ਜਿਹੜੇ ਕਿ ਸਾਡੇ ਡੇਲੀ ਲਾਈਫ ਦੇ ਵਿੱਚ ਸਾਨੂੰ ਮਤਲਬ ਇਹ ਸਹੂਲੀਅਤ ਦੇਣ ਕਿ ਅਸੀਂ ਲਾਈਫ ਨੂੰ ਪੀਸਫੁਲੀ ਸ਼ਾਂਤੀ ਦੇ ਨਾਲ ਔਰ ਸਮਝਦਾਰੀ ਦੇ ਨਾਲ ਹੈਂਡਲ ਕਰ ਸਕੀਏ, ਤਾਂ ਕਿ ਅਸੀਂ ਗੁਰਬਾਣੀ ਦੇ ਅਸਲ ਮੀਨਿੰਗ ਜਿਹਨੂੰ ਸਮਝ ਕੇ ਉਹਦੇ ਤੇ ਚੱਲ ਸਕੀਏ। ਕਿਉਂਕਿ ਗੁਰਬਾਣੀ ਦਾ ਤਾਂ ਮਤਲਬ ਹੀ ਹੈਗਾ ਜੀਵਨ ਜਾਚ, ਇੱਕ ਅੱਛਾ ਜੀਵਨ, ਇੱਕ ਸੁੰਦਰ ਜੀਵਨ, ਇੱਕ ਪਿਓਰ ਜੀਵਨ, ਤੇ ਜੀਵਨ ਦਾ ਪਰਪਸ ਇਹ ਹੈਗਾ ਵੇ। ਸੋ ਇਹ ਬੜਾ ਜ਼ਰੂਰੀ ਹੈ ਕਿ ਜਿਹੜੇ ਪਹਿਲੇ ਟੌਪਿਕ ਨੇ ਉਹਨਾਂ ਨੂੰ ਵੀ ਉਹਦੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਕਰਦੇ ਹੈਗੇ ਹੋ। ਅੱਛਾ, ਹੁਣ ਜਿਹੜੇ ਪਹਿਲਾਂ ਤੇ ਰਿਕਾਰਡਿੰਗ ਨਹੀਂ ਮੈਂ ਕੀਤੀ, ਲੇਕਿਨ ਹੁਣ ਜਿਹੜੇ ਜ਼ਰੂਰੀ ਲੈਕਚਰ ਨੇ ਉਹਨਾਂ ਦੀ ਰਿਕਾਰਡਿੰਗ ਮੈਂ ਕਰ ਰਹੀ ਹਾਂ, ਔਰ ਉਹਨਾਂ ਦੇ ਆਪਣਾ YouTube ਤੇ ਉਹਨਾਂ ਦੇ ਵੀਡੀਓ ਜਿਹੜੇ ਨੇ ਉਹ ਮੈਂ ਪਾ ਰਹੀ ਹਾਂ। ਸੋ ਉਹਦੀ ਆਸਾਨੀ ਹੋ ਜਾਏਗੀ ਕਿ ਅੱਗੋਂ ਕਦੀ ਤੁਹਾਨੂੰ ਗਾਈਡੈਂਸ ਲੈਣੀ ਪਵੇ ਤਾਂ ਤੁਸੀਂ ਲੈ ਸਕਦੇ ਹੋ। ਸੋ ਜੇ ਤੁਸੀਂ ਕਹੋ ਤੇ ਅਸੀਂ 10 ਮਿੰਟ ਦੀ ਮੈਡੀਟੇਸ਼ਨ ਕਰ ਸਕਦੇ ਹਾਂ, ਲੇਕਿਨ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਦੱਸੋ, ਫਿਰ ਅਸੀਂ ਮੈਡੀਟੇਸ਼ਨ ਵੀ ਕਰ ਲਾਂਗੇ, ਕੋਈ ਗੱਲ ਨਹੀਂ। Auntie, I ਹਾਂਜੀ, had a question. I mean, I don't know, it's kind of relevant but not. ਜਿੱਦਾਂ ਅੱਜ ਕੱਲ ਜੋ ਵੀ ਚੱਲ ਰਿਹਾ ਆ, and ਜਿੱਦਾਂ ਤੁਸੀਂ travel ਨਹੀਂ ਕਰ ਰਹੇ or travel ਨਹੀਂ ਕਰਨਾ ਚਾਹੁੰਦੇ, is that a fear or is that you're just being careful? So it's like, Yeah, how would you very- take that? ਅੱਛਾ, ਵੈਰੀ ਨਾਈਸ ਕੁਐਸਚਨ। ਐਂਡ ਤੁਹਾਨੂੰ ਇਹਦੇ ਨਾਲ ਹੀ ਮੈਂ ਫਿਰ ਕੁਝ ਖਬਰ ਵੀ ਦੇ ਰਹੀ ਹਾਂ ਕਿ ਆਈ ਐਮ ਨਾਟ ਗੋਇੰਗ ਟੂ ਇੰਡੀਆ। ਠੀਕ ਹੈ, ਮੇਰਾ ਜਾਣ ਦਾ ਕੈਂਸਲ ਹੋ ਗਿਆ ਨਾ। ਇਹਦੇ ਤੇ ਤੁਹਾਡਾ ਸਵਾਲ ਜਿਹੜਾ ਇਹਦੇ ਤੇ ਆ, ਸੋ ਇਹੀ ਤੁਹਾਡਾ ਸਵਾਲ ਹੈ। ਸੋ ਆਈ ਐਮ ਨਾਟ ਗੋਇੰਗ। ਇੱਕ ਹੁੰਦਾ ਫੀਅਰ, ਇੱਕ ਹੁੰਦਾ ਹੈ ਵਿਜ਼ਡਮ। ਐਕਚੁਅਲੀ ਇਹਦੇ ਵਿੱਚ ਬਹੁਤ ਥੋੜਾ ਫਰਕ ਹੈਗਾ ਵੇ। Seeing the situation, as well as your situation is not comfortable and my going will not be comfortable, to take precaution is wisdom, is not fear. ਤੁਸੀਂ ਹੁਣ ਕੋਵਿਡ ਦੇ ਵਿੱਚ ਬਾਹਰ ਨਹੀਂ ਜਾਂਦੇ, ਲੋਕਾਂ ਨੂੰ ਨਹੀਂ ਮਿਲਦੇ, ਮਾਸਕ ਪਾਉਂਦੇ ਹੋ, it's not fear, it's precaution. Precaution is wisdom. Fear is ਕਿ ਇਹ ਕੋਵਿਡ ਆਇਆ ਕਿਉਂ ਹੈ, ਇਹ ਮੈਨੂੰ ਹੋਇਆ ਕਿਉਂ ਹੈ, ਇਹਦੀ ਮੈਂ ਤੇ ਕਦੇ ਕੁਝ ਗਲਤ ਹੀ ਨਹੀਂ ਕੀਤਾ। ਦਿਸ ਇਜ਼ ਫੀਅਰ। ਐਂਡ ਵਿਜ਼ਡਮ ਇਜ਼ ਕਿ ਮੈਨੂੰ ਨਹੀਂ ਪਤਾ ਇਹ ਕਿਉਂ ਆਇਆ, ਇਹ ਪਰਮਾਤਮਾ ਦੀ ਰਜ਼ਾ ਹੈ। I have to go through it, not to be fearful, have confidence in him. He is doing everything, I'm not doing it. He karta karna mein nahi jaho karena. He is doing everything, I'm not doing. What is my role at the moment? My role is take precaution, be careful, follow the instructions. ਉਸ ਤੋਂ ਬਾਅਦ ਜੋ ਹੁੰਦਾ ਹੈ ਉਹ ਉਹਦੀ ਰਜ਼ਾ। So this is the difference between fear and wisdom. ਕਿਉਂਕਿ ਉਹਨੇ ਸਾਨੂੰ ਪੂਰੀ wisdom, ਪੂਰੀ ਪਾਵਰ ਸੋਚਣ ਦੀ, ਕਰਨ ਦੀ ਦਿੱਤੀ ਹੈ। ਜਿੰਨੀ ਕੁ ਸਾਨੂੰ ਉਹਨੇ ਲਿਮਿਟ ਦਿੱਤੀਆਂ ਨੇ, ਜਿੰਨੀ ਕੁ ਲੀਵਰੇਜ ਦਿੱਤੀ ਹੈ, ਇਹਦੀ ਬੜੀ ਅੱਛੀ ਐਗਜ਼ਾਮਪਲ ਦਿੰਦੇ ਨੇ ਕਿ ਤੁਸੀਂ ਕਿਸੇ ਗਾਂ ਨੂੰ ਇੱਕ ਰੱਸੀ ਨਾਲ ਬੰਨਿਆ, ਜਿੰਨੀ ਰੱਸੀ ਲੰਬੀ ਹੈਗੀ ਏ ਉਹ ਉੱਥੋਂ ਤੱਕ ਹੀ ਗਾਂ ਜਿਹੜੀ ਹੈ ਜਾ ਸਕਦੀ। ਹੁਣ ਜਿਉਂ-ਜਿਉਂ ਜੇ ਅਸੀਂ ਗਾਂ ਦੀ ਰੱਸੀ ਲੰਬੀ ਕਰਦੇ ਜਾਵਾਂਗੇ ਤੇ ਉਹਦਾ ਜਿਹੜਾ ਦਾਇਰਾ ਵੱਧਦੇ ਜਾ। ਸਿਮਿਲਰਲੀ ਇਹ ਰੱਸੀ ਕੀ ਹੈ, ਇਹ ਵਿਵੇਕ ਬੁੱਧੀ ਹੈ, ਇਹ ਵਿਜ਼ਡਮ ਹੈ। ਪਰਮਾਤਮਾ ਦਾ ਜਿਹੜਾ ਰੂਲ ਹੈ, ਜਿਹੜਾ ਅਸੂਲ ਹੈ, ਉਹ ਵੇ ਅੱਗੇ ਵੱਧਦੇ ਜਾਣ, ਅੱਗੇ ਵੱਧਦੇ ਜਾਣ, ਅੱਗੇ ਵੱਧਦੇ ਜਾਣ। ਉਹਨੇ ਸਾਨੂੰ ਜਿਹੜੀ ਹਿੰਮਤ, ਪਾਵਰ, ਵਿਜ਼ਡਮ ਸਾਰੀ ਦਿੱਤੀ ਹੈ, ਉਹਨੂੰ ਅਸੀਂ ਯੂਟਿਲਾਈਜ਼ ਕਿਸ ਤਰ੍ਹਾਂ ਕਰਨਾ ਹੈ? ਅੱਛੀ ਸੋਚ ਨਾਲ। ਹਰ ਥਾਂ ਤੇ ਗੁਰਬਾਣੀ ਨੂੰ ਆਪਣੇ ਵਿਊ ਵਿੱਚ ਲਿਆ ਕੇ, ਹਰ ਥਾਂ ਤੇ, ਕਿਉਂਕਿ ਗੁਰਬਾਣੀ ਹਰ ਥਾਂ ਤੇ ਸਾਨੂੰ ਗਾਈਡ ਕਰਦੀ ਹੈ। ਪਰ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਕਿਉਂਕਿ ਜਦੋਂ ਅਸੀਂ ਸਾਰੀ ਗੁਰਬਾਣੀ ਇਕੱਠੀ ਪੜ੍ਹਨੇ ਆ ਤੇ ਅਸੀਂ ਉਸ ਟੌਪਿਕ ਤੇ ਕਨਸੈਂਟਰੇਟ ਨਹੀਂ ਕਰ ਸਕਦੇ। ਸੋ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਅਲੱਗ-ਅਲੱਗ ਟੌਪਿਕਸ ਤੇ
ਗੁਰਬਾਣੀ ਦਾ ਚਾਨਣਾ ਪਾ ਕੇ ਉਹਨਾਂ ਮੁਸ਼ਕਲਾਂ ਦੇ ਵਿੱਚੋਂ ਗੁਰਬਾਣੀ ਨੂੰ ਨਾਲ ਜੋੜ ਕੇ ਉਹਨਾਂ ਦੇ ਵਿੱਚੋਂ ਨਿਕਲੀਏ, ਤਾਂ ਕਿ ਸਾਨੂੰ ਹਮੇਸ਼ਾ ਵਾਸਤੇ ਉਹ ਯਾਦ ਰਵੇ। ਔਰ ਫਿਰ ਜਿਹੜੀ ਇੱਕ ਬੜੀ ਖੂਬਸੂਰਤ ਚੀਜ਼ ਹੈ ਉਹ ਇਹ ਹੈ ਕਿ ਜਿਉਂ-ਜਿਉਂ ਅਸੀਂ ਇਹਦੇ ਅੰਦਰ ਗਹਿਰਾਈ ਵਿੱਚ ਜਾਂਦੇ ਹਾਂ, ਕੀ ਚੇਂਜਸ ਆਉਂਦੇ ਨੇ, I can't tell, ਕਿਉਂਕਿ ਦੱਸਣ ਦਾ ਫਾਇਦਾ ਕੋਈ ਨਾ। ਦੈਟ ਇਜ਼ ਐਕਸਪੀਰੀਅੰਸ। ਹਰ ਆਦਮੀ ਦਾ ਐਕਸਪੀਰੀਅੰਸ ਵੱਖਰਾ ਵੱਖਰਾ ਹੋਏਗਾ ਔਰ ਉਹਦਾ ਖੁੱਲਣਾ ਵੱਖਰਾ ਵੱਖਰਾ ਹੋਏਗਾ। ਹਰ ਭਾਵ ਇਹਦੇ ਅਨੁਭਵ, ਜਿੰਨਾ ਚਿਰ ਉਹ ਇਮੋਸ਼ਨ, ਉਹ ਭਾਵ ਇੰਨਾ ਗਹਿਰਾ ਨਹੀਂ ਹੁੰਦਾ, ਇੰਨਾ ਗਹਿਰਾ ਨਹੀਂ ਹੁੰਦਾ ਕਿ ਜਿਸ ਤਰ੍ਹਾਂ ਮਾਰਨਿੰਗ ਵਿੱਚ ਉੱਠ ਕੇ ਆਈ ਵਾਂਟ ਅ ਕੱਪ ਆਫ ਟੀ, ਮੈਨੂੰ ਇੱਕ ਬੜੀ ਤਲਬ ਹੁੰਦੀ ਹੈ, ਉਸ ਤਰ੍ਹਾਂ ਜੇ ਮੇਰੇ ਅੰਦਰ ਹਰ ਵੇਲੇ ਉਹ ਗਹਿਰਾਈ ਨਾ ਰਵੇ ਕਿ I want to know more, I want to know more, I want to connect with my life, I want to connect ਗੁਰਬਾਣੀ with my life, ਉਹਨਾਂ ਚਿਰ ਸਾਡੀ ਜਿਹੜਾ ਪਾਠ ਹੈ ਜਾਂ ਗੁਰਬਾਣੀ, ਉਹਦਾ ਬਹੁਤਾ ਲਾਭ ਨਹੀਂ ਹੋ ਸਕਦਾ। ਜਦੋਂ ਅਸੀਂ ਬੜੀ ਇੰਟੈਂਸਿਟੀ ਨਾਲ, ਵਿਜ਼ਡਮ ਨਾਲ ਲੈਂਦੇ ਹਾਂ, ਤੇ ਇਹ ਸਾਡੇ ਫਿਰ ਐਕਸਪੀਰੀਅੰਸ ਵਿੱਚ ਆਉਣ ਲੱਗ ਜਾਂਦੇ। ਸੋ ਫਿਰ ਅਸੀਂ ਇੱਕ ਦਿਨ ਫਿਰ ਲਵਾਂਗੇ ਕਿ ਇਹਨੂੰ ਐਕਸਪੀਰੀਅੰਸ ਲੈਣ ਵਾਸਤੇ ਵੀ ਕਿਹੜੀਆਂ ਕਿਹੜੀਆਂ ਐਕਸਰਸਾਈਜ਼ਸ ਨੇ ਜਿਹੜੀਆਂ ਕਿ ਯੂਜ਼ਫੁਲ ਨੇ, ਬਿਕਾਜ਼ ਹਰ ਚੀਜ਼ ਵਾਸਤੇ ਅਲੱਗ-ਅਲੱਗ ਸਟੈਪਸ ਹੈ। ਸੋ ਠੀਕ ਹੈ, ਹੁਣ ਜੇ ਟਾਈਮ ਹੈ ਤੇ ਕਰ ਲੈਣੇ ਆ, ਨਹੀਂ ਤੇ ਫਿਰ ਅਗਲੀ ਵਾਰੀ ਵੀ ਕਰ ਸਕਦੇ ਹਾਂ। ਗੁਰਜੀਤ ਮਾਨ ਜੀ, ਤੁਸੀਂ ਬੋਲੇ ਨਹੀਂ ਅੱਜ, ਤੁਸੀਂ ਬੜਾ ਅੱਛਾ ਬੋਲਦੇ। Auntie, I have another related question. Very good. If you, what about taking a risk? What does that, how does that calculate with, I mean, how does that come about with ਨਿਰਭੈਤਾ ਦੇ ਨਾਲ? ਥੋੜਾ ਜਿਹਾ ਕਲੀਅਰ ਕਰੋ ਆਪਣੇ। ਜੇ ਤੁਸੀਂ ਜਦੋਂ ਕੋਈ ਰਿਸਕ ਲੈਣੇ ਕਿਸੇ ਚੀਜ਼ 'ਚ, ਸੋ ਤੇ ਉਹਦੇ 'ਚ ਕਿੱਦਾਂ, are you ਨਿਰਭਉ, are you, I mean, ਨਹੀਂ ਸੁਣੋ ਮੇਰੀ ਗੱਲ। ਫਾਰ ਐਗਜ਼ਾਮਪਲ ਮੈਨੂੰ ਥੋੜੀ ਕਰੋ, ਰਿਸਕ ਕਿਸ ਤਰ੍ਹਾਂ ਦਾ ਕਿ ਮੈਂ ਫਰਜ਼ ਕਰੋ ਛਾਲ ਮਾਰ ਦੇਣਾ, ਉਹਦੇ ਵਿੱਚ ਰਿਸਕ ਲੈਣਾ ਕਿ ਮੈਨੂੰ ਆਪੇ ਕਰਨਾ। ਨਹੀਂ, not that, ਅੱਛਾ, I will say ਜਦੋਂ ਤੁਸੀਂ ਕੋਈ ਜਿਹਦਾ travel ਕਰਨਾ, supposedly same related to the same subject, and then you're saying, okay, I'm going to take a chance and I'm going to see if I can go and it might be okay for me to go. ਠੀਕ ਹੈ, you can take risk. This is risk advisable, ਕਿਉਂਕਿ sometime we have to take risk also. And ਉਹ ਫਿਰ ਉਹਦੇ ਤੇ ਆਸਰਾ ਲੈ ਕੇ ਕਰ ਛੱਡ ਦਿਓ, ਉਹ ਰਿਸਕ ਵੀ ਨਹੀਂ ਰਹਿੰਦਾ, ਫਿਰ ਉਹ ਮਦਦ ਕਰਦਾ ਹੈ। ਠੀਕ ਹੈ, ਇਹ ਰਿਸਕ ਨਹੀਂ ਹੈਗਾ, ਇਸ ਨੈਸੈਸਿਟੀ। ਜ਼ਿੰਦਗੀ ਦੀਆਂ ਬਹੁਤ ਸਾਰੀਆਂ ਨੈਸੈਸਿਟੀਜ਼ ਨੇ ਜਿਨ੍ਹਾਂ ਦਾ ਰਿਜ਼ਲਟ ਸਾਨੂੰ ਨਹੀਂ ਪਤਾ, ਬਟ ਵੀ ਹੈਵ ਟੂ ਪਲੰਜ। This is true. ਕਮਲ ਜੀ, ਤੁਸੀਂ ਕੋਈ ਸਵਾਲ ਨਹੀਂ ਕਰ ਰਹੇ? ਥੋੜਾ ਲੇਟ ਜੁਆਇਨ ਕੀਤਾ ਸੀ, ਸੋ ਆਮ ਸਟਿਲ ਅਬਜ਼ੌਰਬਿੰਗ, ਕਿਉਂਕਿ ਇਹ ਟੌਪਿਕ ਕਾਫੀ ਡੀਪ ਹੈਗਾ ਵੈ, ਤੇ ਇਹਨੂੰ ਮੈਨੂੰ ਤੁਹਾਡੀ ਰਿਕਾਰਡਿੰਗ ਸ਼ੁਰੂ ਤੋਂ ਸੁਣਨੀ ਪਏਗੀ ਟੂ ਬੀ ਏਬਲ ਟੂ ਡਾਈਜੈਸਟ ਦਿਸ। ਬਟ ਸਾਰਿਆਂ ਦੇ ਸਵਾਲ ਦੇ ਆਰ ਵੈਰੀ ਵੈਲਿਡ ਐਂਡ ਵਾਜਿਬ, ਬਟ ਮੈਨੂੰ ਮੇਰੇ ਮਨ ਵਿੱਚ ਜਨਰਲੀ ਇਹੀ ਆ ਰਿਹਾ ਸੀ ਕਿ ਜਿਸ ਤਰ੍ਹਾਂ ਨਿਰਭਉ ਹੈ, ਰਾਈਟ, ਤੇ ਇਹ ਜੋ whether it is fear, whether it is fearlessness, ਭਉ ਤੇ ਨਿਰਭਉ ਇਹ ਇਕੱਠੇ ਹੈਗੇ ਨੇ। ਮਤਲਬ ਤੁਹਾਨੂੰ ਭਉ ਹੋਏਗਾ ਤਾਂ ਹੀ ਤੁਸੀਂ ਨਿਰਭਉ ਹੋਗੇ, ਜਦੋਂ ਤੁਸੀਂ ਉਹਦੇ ਨਾਲ ਜੁੜੋਗੇ, ਰਾਈਟ, ਬਿਕੋਜ਼ ਇਹ ਫੀਅਰ ਜੋ ਹੈਗਾ ਵਾ, ਇਹ ਕਿਸੇ ਚੀਜ਼ ਨਾਲ ਜਾਣਾ ਨਹੀਂ ਹੈ, ਇਹ ਤੁਹਾਡੇ ਮਨ ਦੀ ਅਵਸਥਾ ਹੈਗੀ ਹੈ ਜੋ ਤੁਹਾਨੂੰ ਦੱਸਦੀ ਹੈ ਕਿ ਇਸ ਚੀਜ਼ ਨਾਲ ਤੁਹਾਨੂੰ ਤੁਸੀਂ ਇਹਦੇ ਨਾਲ ਡਰ ਰਹੇ ਹੋ, ਜਾਂ ਤੁਹਾਨੂੰ ਇਹਦੇ ਨਾਲ ਕੋਈ ਪਰੇਸ਼ਾਨੀ ਹੈ, ਜਾਂ ਤੁਹਾਨੂੰ ਕੋਈ ਵਰੀ ਹੈਗੀ ਹੈ। ਬਟ ਜਦੋਂ ਤੁਸੀਂ ਉਹ ਫੈਕਟਰ ਨੂੰ ਹੀ ਨਿਕਾਲ ਦੋਗੇ, ਉਹ ਨਿਕਾਲਣ ਲਈ ਆਪਣੇ ਹੱਥ ਵਿੱਚ ਹੁੰਦਾ ਹੀ ਨਹੀਂ ਹੈ, ਕਿਉਂਕਿ ਹਰ ਛੋਟੀ ਚੀਜ਼ ਨਾਲ ਤੁਹਾਡਾ ਥਾਟ ਸਿੱਧਾ ਚਲਾ ਜਾਂਦਾ ਕਿ ਇਹ ਹੋਏਗਾ ਤੇ ਹੁਣ ਕੀ ਹੋਏਗਾ, ਰਾਈਟ। So it's very different, but for me the only thing that worked is ke matlab raja ਵੀ ਉਹਦੀ ਹੋਈ ਹੈਗੀ ਹੈ, ਕਿਉਂਕਿ ਇਹ ਫੀਅਰ ਦਾ ਥਾਟ ਵੀ ਉਸ ਤਰ੍ਹਾਂ ਹੀ ਆਇਆ, ਕਿਉਂਕਿ ਉਹ ਗੁਰੂ ਸਾਹਿਬ ਚਾਹੁੰਦੇ ਨੇ ਕਿ ਤੁਹਾਨੂੰ ਇਹ ਆਵੇ ਤਾਂ ਕਿ ਤੁਸੀਂ ਇਹਦੇ ਕੋਲੋਂ ਕੁਛ ਜਾਂ ਤੁਸੀਂ ਸਿੱਖੋ, ਜਾਂ ਤੁਸੀਂ ਇਹਨੂੰ ਡੀਲ ਕਰਨਾ ਕਿਸ ਤਰ੍ਹਾਂ ਡੀਲ ਕਰੋਗੇ ਉਹਦਾ ਟੈਸਟ ਹੁੰਦਾ ਵੇ। There are different ways, I think, you can take this topic to. So as time, I think for me, it's more like absorbing and
trying to figure out, what differently I would do if I were in that situation. ਬਹੁਤ ਅੱਛਾ, ਵੈਰੀ ਨਾਈਸ। ਐਕਚੁਅਲੀ ਇਹਦੇ ਵਿੱਚ ਨਾ ਥੋੜਾ ਜਿਹਾ ਕਈ ਵਾਰੀ ਗਲਤੀ ਲੱਗ ਜਾਂਦੀ ਹੈ। ਸਮ ਟਾਈਮ ਜਿੱਥੇ ਸਾਨੂੰ ਐਫਰਟ ਕਰਨੀ ਹੁੰਦੀ ਨਾ, ਉੱਥੇ ਅਸੀਂ ਕਹਿੰਦੇ ਆ ਕਿ ਇਹ ਤੇ ਪਰਮਾਤਮਾ ਹੀ ਕਰ ਰਿਹਾ, ਮੈਂ ਕਿਉਂ ਕਰਾਂ। ਬਟ ਥੀਸ ਆਰ ਟੂ ਡਿਫਰੈਂਟ ਫੀਲਡਸ। ਹੁਣ ਤੁਸੀਂ ਜਿਹੜਾ ਕਿਹਾ ਨਾ ਮਾਈਂਡ ਦਾ, ਦਿਸ ਇਜ਼ ਅ ਫੀਲਡ ਆਫ ਯੂਅਰ ਫ੍ਰੀ ਵਿਲ, ਠੀਕ ਹੈ ਨਾ। ਥੀਸ ਆਰ ਟੂ ਫੀਲਡਸ। ਇੱਕ ਫੀਲਡ ਫ੍ਰੀ ਵਿਲ ਦਾ ਜਿਹੜਾ ਟੋਟਲੀ ਤੁਹਾਡਾ, ਉੱਥੇ ਤੁਸੀਂ ਪੂਰੀ ਮਿਹਨਤ ਕਰਕੇ, ਡਿਸਕ੍ਰਿਮੀਨੇਟ ਕਰਕੇ, ਵਿਵੇਕ ਬੁੱਧੀ ਦੇ ਨਾਲ ਇਹ ਜਾਣਨਾ ਇਹ ਕੀ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਜੋ ਰਿਜ਼ਲਟ ਆਉਂਦਾ ਹੈ ਉਹ ਉਹਦਾ ਹੁਕਮ ਹੈ। ਕਈ ਵਾਰੀ ਅਸੀਂ ਗਲਤਫਹਿਮੀ ਵਿੱਚ ਚਲੇ ਜਾਂਦੇ ਆ ਕਿ ਇਹ ਜੋ ਹੋ ਰਿਹਾ ਹੈ ਇਹ ਮੈਂ ਤੇ ਨਹੀਂ ਕਰ ਸਕਦਾ, ਪਰ ਇਹ ਉਹਦਾ ਹੁਕਮ ਹੈ। ਪਰ ਤੁਸੀਂ ਕੀ ਆਪਣੀ ਪੂਰੀ ਐਫਰਟ ਲਗਾ ਲਈਏ? ਪੂਰੀ ਐਫਰਟ ਜਦੋਂ ਤੁਸੀਂ ਡਿਸਕ੍ਰਿਮੀਨੇਸ਼ਨ ਦੇ ਨਾਲ ਲਗਾਈਏ, ਉਸ ਤੋਂ ਬਾਅਦ ਜੋ ਰਿਜ਼ਲਟ ਆਇਆ ਹੈ ਉਹ ਪਰਮਾਤਮਾ ਨੂੰ ਮਨਜ਼ੂਰ ਹੈ। ਪਰਮਾਤਮਾ ਦਾ ਉਹ ਰੋਲ, ਉਹ ਡਰਾਮਾ ਹੈਗਾ, ਉਹ ਤੁਹਾਡਾ ਰੋਲ ਹੈ ਉਹਦੇ ਵਿੱਚ। ਕਿਉਂਕਿ ਕਈ ਵਾਰੀ ਇਹਦੇ 'ਚ ਬੜੀ ਗਲਤਫਹਿਮੀ ਹੈ, ਬਹੁਤ ਸਾਰਿਆਂ ਦਾ ਸਵਾਲ ਆਉਂਦਾ, ਜੇ ਪਰਮਾਤਮਾ ਹੀ ਸਭ ਕੁਝ ਕਰ ਰਿਹਾ ਤਾਂ ਅਸੀਂ ਕਿਉਂ ਕਰੀਏ? ਪਰ ਨਹੀਂ, ਹੁਣ ਇਹ ਹੈ ਕਿ ਅਸੀਂ ਕਿ ਅਸੀਂ ਹੁਣ ਮਤਲਬ ਇਹ ਕਈ ਚੀਜ਼ਾਂ ਨੇ ਜਿਹੜੀਆਂ ਕਿ ਫॉर एग्जाम्पल ਮੈਨੂੰ ਕੋਈ ਐਗਜ਼ਾਮਪਲ ਇਸ ਵੇਲੇ ਠੀਕ ਯਾਦ ਨਹੀਂ ਆ ਰਹੀ ਹੈਗੀ, ਕਿ ਫਰਜ਼ ਕਰੋ ਮੇਰੇ ਘਰ ਵਿੱਚ ਚੋਰ ਨੇ, ਉਹ ਚੋਰੀ ਕਰਨ ਆਏ ਨੇ, ਤੇ ਮੈਂ ਇਹ ਤਾਂ ਨਹੀਂ ਕਹਾਂਗੀ ਕਿ ਪਰਮਾਤਮਾ ਹੀ ਕਰ। ਹੁਣ ਉਹਨੇ ਮੈਨੂੰ ਜਿਹੜੀ ਫ੍ਰੀ ਵਿਲ ਦਿੱਤੀ ਹੈ, ਜਿਹੜੀ ਵਿਵੇਕ ਬੁੱਧੀ ਦਿੱਤੀ ਹੈ, ਉਹ ਦਿੱਤੀ ਹੈ ਕਿ ਮੈਂ ਇੱਕਦਮ ਜਾਗ ਕੇ ਮੈਂ ਚੋਰਾਂ ਨੂੰ ਪਕੜਾਂ। ਸੋ ਕੁਝ ਚੀਜ਼ਾਂ ਦੇ ਵਿੱਚ ਹਾਂ ਜਿਹੜਾ ਤੁਸੀਂ ਕਿਹਾ ਨਾ ਮਨ ਦਾ, ਉਹ ਬਹੁਤ ਜ਼ਰੂਰੀ, ਉਹ ਦੈਟ ਇਜ਼ ਫ੍ਰੀ ਵਿਲ। ਮਨ ਦੇ ਨਾਲ ਸੋਚਣਾ, ਮੈਂ ਐਵੇਂ ਤੇ ਨਹੀਂ ਡਰ ਰਿਹਾ, ਮੇਰਾ ਡਰ ਵੈਸੇ ਤੇ ਨਹੀਂ। ਕਈ ਵਾਰੀ ਡਰਨਾ ਵੀ ਜ਼ਰੂਰੀ ਹੈ ਕਿ ਸਿਚੁਏਸ਼ਨ ਕੀ ਹੈ। ਫਰਜ਼ ਕਰੋ ਰਾਤ ਦਾ ਟਾਈਮ ਹੈ, ਤੁਸੀਂ ਜੰਗਲ ਦੇ ਵਿੱਚ ਜਾ ਰਹੇ ਹੋ, ਤੁਹਾਨੂੰ ਡਰ ਤੁਹਾਡਾ ਜਿਹੜਾ ਜ਼ਰੂਰੀ ਹੋਣਾ ਚਾਹੀਦਾ, ਵੀ ਸ਼ੁਡ ਟੇਕ ਅ ਰਿਸਕ। ਸੋ ਇਹਦੇ ਵਿੱਚ ਤੁਹਾਡੀ ਵਿਵੇਕ ਬੁੱਧੀ, ਡਿਸਕ੍ਰਿਮੀਨੇਸ਼ਨ ਜਿਹੜੀ ਹੈ ਉਹਦਾ ਬੜਾ ਰੋਲ ਹੈਗਾ। ਸੋ ਹੌਲੀ ਹੌਲੀ ਜਿਉਂ ਅਸੀਂ ਮਤਲਬ ਇਹ ਰੈਲੇਵੈਂਟ ਟੌਪਿਕ ਲੈਂਦੇ ਆ ਨਾ ਲਾਈਫ ਨੂੰ, ਤੇ ਸਾਡੀ ਕਲੈਰਿਟੀ ਫਿਰ ਸਾਰੀ ਆਨ ਦਾ ਹੋਲ ਵੱਧਦੀ ਜਾਂਦੀ ਹੈ। ਫਿਰ ਪਤਾ ਲੱਗਦਾ ਜਾਂਦਾ ਕਿ ਪਰਮਾਤਮਾ ਦੀ ਰਜ਼ਾ ਕੀ ਹੈਗਾ ਏ, ਔਰ ਉਹਦਾ ਹੁਕਮ ਜਿਹੜਾ ਉਹ ਕੀ ਹੈ, ਔਰ ਮੇਰੀ ਉਹਦੇ ਵਿੱਚ ਰੋਲ ਕੀ। ਮੈਂ ਸਿਰਫ ਆਪਣਾ ਰੋਲ ਜਦੋਂ ਮੈਨੂੰ ਪਹਿਚਾਨਣਾ ਆ ਜਾਏਗਾ, ਤੇ ਫਿਰ ਮੈਂ ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲ ਜਾ। ਸੁਰਜੀਤ ਜੀ ਤੁਸੀਂ ਨਹੀਂ ਬੋਲਿਆ ਜੀ। ਜੀ ਤੁਸੀਂ ਸਾਰਿਆਂ ਨੇ ਬਹੁਤ ਅੱਛਾ ਐਕਸਪਲੇਨ ਕੀਤਾ ਵੇ, ਸੋ ਆਈ ਹੈਵ ਨਥਿੰਗ ਟੂ ਸੇ, ਬਿਊਟੀਫੁਲੀ ਡਨ, ਬਹੁਤ ਅੱਛਾ, ਇੱਕਦਮ ਅੰਦਰ ਬੈਠ ਗਿਆ ਜੋ ਵੀ ਤੁਸੀਂ ਕਿਹਾ। ਥੈਂਕ ਯੂ ਸੋ ਮਚ। ਸੋ ਡਾਲੀ ਜੀ, ਇਹ ਅੱਜ ਤੇ ਮੇਰਾ ਖਿਆਲ ਹੈ ਲੇਟ ਹੋ ਗਿਆ ਹੈ। ਅਗਲੀ ਵਾਰ ਅਸੀਂ ਇਸ ਤਰ੍ਹਾਂ ਕਰਾਂਗੇ, ਕੋਈ ਬਹੁਤ ਛੋਟਾ ਜਿਹਾ ਟੌਪਿਕ ਲੈ ਕੇ ਮੇਨਲੀ ਮੈਡੀਟੇਸ਼ਨ ਕਰਾਂਗੇ। ਭੈਣ ਜੀ ਸੰਗਤ ਨੇ ਬਹੁਤ ਇੰਜੋਏ ਕੀਤਾ ਆਪ ਜੀ ਨੂੰ ਜੋ ਅੱਜ ਕੀਤਾ ਹੈਗਾ। ਸੋ ਜ਼ਰੂਰੀ ਨਹੀਂ ਕਿ ਆਪਾਂ ਮੈਡੀਟੇਸ਼ਨ ਕਰੀਏ, ਜਿਸ ਕਿਉਂਕਿ ਸੰਗਤ ਨੇ ਆਪ ਜੀ ਨੇ ਜੋ ਵੀ ਆਪਨੇ ਬੋਲੇ ਨੇ, ਜਿਸ ਤਰ੍ਹਾਂ ਤੁਸੀਂ ਸਮਝਾਇਆ, ਬਹੁਤ ਜ਼ਿਆਦਾ ਸਾਰਿਆਂ ਨੂੰ ਦੇ ਲਈ ਹੈਲਪਫੁਲ ਵੀ ਹੈਗਾ, ਤੇ ਸਾਰਿਆਂ ਨੇ ਕਾਫੀ ਕੁਝ ਸਿੱਖਿਆ ਉਹਦੇ ਵਿੱਚੋਂ। ਸੋ ਉਸ ਤਰ੍ਹਾਂ ਹੀ ਕਰ ਸਕਦੇ ਹਾਂ, ਡੋਂਟ ਵਰੀ ਅਬਾਊਟ ਗਾਈਡਡ ਮੈਡੀਟੇਸ਼ਨ। ਨਹੀਂ, ਅਗਲੀ ਵਾਰੀ ਅਸੀਂ ਲੰਬੀ ਮੈਡੀਟੇਸ਼ਨ ਕਰਾਂਗੇ ਔਰ ਬਹੁਤ ਛੋਟਾ ਜਿਹਾ ਕੋਈ ਟੌਪਿਕ ਲਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਭੈਣ ਜੀ ਤੁਹਾਨੂੰ ਵੇਟ ਕਰ ਰਹੀ ਸੀ ਤੁਹਾਡੇ ਕਮੈਂਟਸ ਨੂੰ। ਵਾਹਿਗੁਰੂ ਭੈਣ ਜੀ, ਸਾਰਿਆਂ ਨੇ ਇੰਨਾ ਵਧੀਆ ਆਪਣਾ ਐਕਸਪੀਰੀਅੰਸ ਜਾਂ ਜਿਸ ਤਰ੍ਹਾਂ ਵੀ ਉਹਨਾਂ ਲੱਗਾ, ਮੈਂ ਤੇ ਚਾਹੁੰਦੀ ਸੀ ਕਿ ਤੁਸੀਂ ਥੋੜਾ ਜਿਹਾ ਹੋਰ ਇਸ ਨੂੰ ਨੈਕਸਟ ਫਰਾਈਡੇ ਨੂੰ ਹੋਰ ਐਕਸਪਲੇਨ ਕਰੋ, ਕਿਉਂਕਿ ਇਹੀ ਤੇ ਮੇਨ ਹੈਗਾ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ ਹੈ। ਜੇ ਅਗਰ ਅਸੀਂ ਇਹਨੂੰ ਇਹ ਮਤਲਬ ਇੰਨੇ ਜੇ ਮਿੰਟਾਂ ਵਿੱਚ ਹੀ ਲੱਗੇ ਸੋਚੀਏ, ਤੇ ਉਹ ਨਾ ਸਾਨੂੰ ਜੋ ਸਾਨੂੰ ਐਕਚੁਅਲੀ ਗ੍ਰਹਿਣ ਕਰਨਾ ਅਸੀਂ ਉਹ ਨਹੀਂ ਕਰ ਸਕਾਂਗੇ। ਸੋ ਫਾਰ ਆਈ ਐਮ ਕੰਸਰਨ, ਹੋਏਗਾ ਕਿ ਤੁਸੀਂ ਇਸ ਨੂੰ ਨਾ ਹੋਰ ਜਿੰਨਾ ਵੀ ਕਰ ਸਕੋ, ਕਿਉਂਕਿ ਬੇਸ ਤੇ ਇਹੀ ਹੋਈ ਹੈ। ਬਿਲਕੁਲ ਬਿਲਕੁਲ ਤੁਹਾਡੀ ਗੱਲ ਠੀਕ, ਬਿਲਕੁਲ। ਸੋ ਅਗਲੀ ਵਾਰੀ ਅਸੀਂ ਕੋਈ ਟੌਪਿਕ ਇਸ ਤਰ੍ਹਾਂ ਦਾ ਲਵਾਂਗੇ
ਜਿਹੜਾ ਇਹਦੇ ਨਾਲ ਮਿਲਦਾ ਜੁਲਦਾ ਹੈ, ਔਰ ਇਹਨੂੰ ਵੀ ਖੋਲਿਓ ਥੋੜਾ ਜਿਹਾ ਹੋਰ ਨਵੀਂ ਲਾਈਟ ਨਵੇਂ ਟੌਪਿਕ ਤੇ ਵੀ ਪਾਏ। ਠੀਕ ਹੈ ਜੀ। ਔਰ ਨਾਲੇ ਬਹੁਤ ਬਹੁਤ ਮਿਹਰਬਾਨੀ, ਜਿਹੋ ਜਿਹੀ ਸਰਕਮਸਟੈਂਸਿਸ ਹੋਏ ਤੁਸੀਂ ਆਪਣਾ ਮਾਈਂਡ ਚੇਂਜ ਕਰ ਲਿਆ। ਸਾਨੂੰ ਸੰਗਤ ਨੂੰ ਜ਼ਿਆਦਾ ਮਤਲਬ ਕਿ ਜਿਹੜਾ ਸ਼ੌਕ ਲੱਗਾ ਸੀ ਕਿ ਸ਼ਾਇਦ ਤੁਸੀਂ ਇੰਡੀਆ ਚਲੇ ਜਾਓਗੇ, ਉਹ ਉਸ ਤੋਂ ਸਾਨੂੰ ਥੋੜਾ ਜਿਹਾ ਮਾਈਂਡ ਨੂੰ ਰਿਲੈਕਸ ਹੋ ਗਿਆ ਕਿ ਵੀ ਨਹੀਂ, ਸਾਡਾ ਇਹ ਕਲਾਸ ਇਸੇ ਤਰ੍ਹਾਂ ਹੀ ਜਾਰੀ ਰਹੇਗੀ। ਕਿ ਔਰ ਗੱਲ ਬਾਬਾ ਪਤਾ ਕੀ ਹੈ, ਮੈਂ ਕੁਝ ਹਾਂਜੀ। ਨਹੀਂ ਕੀਤਾ, ਮੈਂ ਕੁਝ ਨਹੀਂ ਕੀਤਾ, ਇਹ ਤੁਸੀਂ ਬਿਲਕੁਲ ਠੀਕ ਹੈ। ਕੀਤਾ। ਨਹੀਂ ਤੁਸੀਂ ਨਹੀਂ ਕੀਤਾ। ਨਹੀਂ, ਕਰਨ ਵਾਲਾ ਬਾਬਾ ਹੈ। ਜੇ ਅਗਰ ਭੈਣ ਜੀ ਉਹਨੇ ਤੁਹਾਡਾ ਦਾਣਾ ਪਾਣੀ ਉੱਥੇ ਦਾ ਨਹੀਂ ਲਿਖਿਆ ਨਾ, ਤੇ ਤੁਹਾਡਾ ਨਹੀਂ ਬਣਿਆ ਪ੍ਰੋਗਰਾਮ। ਜੇ ਤੁਹਾਡਾ ਦਾਣਾ ਪਾਣੀ ਉੱਥੇ ਦਾ ਲਿਖ ਦਿੰਦੇ ਤੇ ਸਾਡੇ ਤੇ ਬਿਲਕੁਲ। ਬਜ਼ੁਰਗ ਇਹੋ ਕਹਿੰਦੇ ਸੀ ਕਿ ਦਾਣਾ ਪਾਣੀ ਉੱਠ ਕੇ ਲਿਆਂਦਾ, ਤੁਹਾਨੂੰ ਚੁੱਕ ਕੇ ਲੈ ਕੇ ਆਂਦਾ, ਤੁਸੀਂ ਆਪ ਥੋੜਾ ਹਾਂ ਆਉਂਦੇ। ਬਿਲਕੁਲ। ਅੱਛਾ, ਮੈਨੂੰ ਇੱਕ ਤੁਕ ਯਾਦ ਆ ਰਹੀ ਹੈ, ਨੱਕ ਨੱਥ ਖਸਮ ਹੱਥ ਕਿਰਤ ਤੱਕੇ ਜੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਬਿਲਕੁਲ ਬਿਲकुल। So that is very true. That's very true. ਠੀਕ ਹੈ। Auntie Sadi, going to India just related to this topic. Fear and fearlessness. No, it's a fear, not fear actually. Actually, ਇਹਦੇ ਵਿੱਚ ਇੱਕ discrimination ਹੈ। ਇੱਕ ਹੁੰਦਾ ਨਹੀਂ ਆਂਟੀ, fear for us. ਨਹੀਂ, fear ਇੱਕ baseless, ਮਤਲਬ ਜਿਹੜਾ ਕਿ baseless ਹੈ। ਹੁਣ ਫਰਜ਼ ਕਰੋ ਮੈਨੂੰ ਕੋਵਿਡ ਹੋਇਆ, ਹੁਣ ਕੀ ਰਿਜ਼ਲਟ ਹੈ ਮੈਨੂੰ ਨਹੀਂ ਪਤਾ, ਮੈਂ ਇਹ ਡਰਨਾ ਹੁਣ ਮੈਂ ਮਰ ਨਾ ਜਾ, ਦਿਸ ਇਜ਼ ਯੂਜ਼ਲੈਸ। ਹੁਣ ਜੋ ਹੋਏਗਾ ਪਰਮਾਤਮਾ ਦੇ ਹੱਥਾਂ ਵਿੱਚ। ਅੱਛਾ, ਹੁਣ ਇੱਕ ਫੀਅਰ ਹੈ ਕਿ ਮੈਂ ਬਾਹਰ ਚਲੀ ਜਾਵਾਂ, ਕੋਵਿਡ ਹੈ, ਤੇ ਇਹ ਫੀਅਰ ਨਹੀਂ, ਇਹ ਅਕਲਮੰਦੀ ਹੈ, ਨਹੀਂ ਜਾਣਾ। ਠੀਕ ਹੈ ਨਾ। ਸੋ ਦੇਰ ਇਜ਼ ਸਮਟਾਈਮ ਦੇਰ ਇਜ਼ ਇੰਨੀ ਮਤਲਬ ਨੈਰੋ ਡਿਫਰੈਂਸ ਹੁੰਦੀ ਹੈ ਕਿ ਸਾਨੂੰ ਨਾ ਇਹ ਪਤਾ ਨਹੀਂ ਲੱਗਦਾ ਰਿਐਲਿਟੀ ਵਿੱਚ, ਔਰ ਕਿ ਰਿਐਲਿਟੀ ਕੀ ਹੈਗੀ ਹੈ। ਸੋ ਦੈਟਸ ਵੈਰੀ ਗੁੱਡ ਕੁਐਸਚਨ, ਵੈਰੀ ਗੁੱਡ ਕੁਐਸਚਨ। ਸੋ ਇਸ ਤਰ੍ਹਾਂ ਸਾਡਾ ਕੀ ਮਾਈਂਡ ਬੜਾ ਡਿਵੈਲਪ ਹੁੰਦਾ ਹੈ, ਨਵੀਆਂ ਚੀਜ਼ਾਂ ਸਾਡੇ ਮਾਈਂਡ ਦੇ ਵਿੱਚ ਆਉਂਦੀਆਂ ਹੈਗੀਆਂ ਨੇ। ਔਰ ਦੇਖੋ ਸਾਡੇ ਗੁਰੂਆਂ ਨੇ ਤੇ ਜੋ ਲਿਖਿਆ ਹੈਗਾ ਵੇ, ਔਰ ਜੋ ਉਹਨਾਂ ਦੀ ਸੋਚ ਸੀ ਜਿੰਨੀ ਉੱਚੀ ਸੀ, ਉਹ ਸਾਡੇ ਲਾਭ ਵਾਸਤੇ ਹੈ ਸਾਰੀ। ਤਾਂ ਉਹਦੇ ਤੋਂ ਅਸੀਂ ਲਾਭ ਉਠਾ ਕੇ ਅਸੀਂ ਵੀ ਕਿਉਂ ਨਾ ਉਹਨਾਂ ਗਹਿਰਾਈਆਂ ਵਿੱਚ ਜਾਈਏ ਜਿਹਦੇ ਵਾਸਤੇ ਉਹਨਾਂ ਨੇ ਇੰਨੀ ਮਿਹਨਤ ਕੀਤੀ ਹੈਗੀ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅੱਜ ਇੰਦਰਜੀਤ ਅਜਮਾਨੀ ਜੀ ਨਹੀਂ ਬੋਲੇ। इंद्रजीत जी। हाँ जी, मैं भी सुन भैया बहुत अच्छा बोला। बस हाले भी आई एम स्टिल ट्राइंग टू गेट। मैं कहता तुसी इतना बड़ा चंगा टॉपिक कवर किया। आई थिंक वी ऑल गो थ्रू दिस एवरी सिंगल डे। और ਤੁਹਾਡੇ ਨਾਲ ਗੱਲ ਕਰਕੇ ਇੰਨਾ ਚੰਗਾ ਲੱਗਦਾ ਹੈ, ਲੱਗਦਾ ਇੰਨੇ ਸਾਡੇ ਪ੍ਰੋਬਲਮ ਸਾਨੂੰ ਸੁਣ ਕੇ ਸਾਡੇ ਪ੍ਰੋਬਲਮ ਸੋਲਵ ਹੋ ਜਾਂਦੇ ਨੇ। ਸੋ ਅੱਛਾ, ਇੱਕ ਗੱਲ ਤੁਹਾਨੂੰ ਮੈਂ ਦੱਸਾਂ। ਹਾਂਜੀ, I didn't selected this topic, how it came to me. ਕਿਸੇ ਨੇ ਮੈਨੂੰ 2 ਲਾਈਨਾਂ ਫਾਰਵਰਡ ਕੀਤੀਆਂ ਕਿ ਸਾਨੂੰ ਦੁੱਖ ਆਉਂਦੇ ਨੇ, ਠੀਕ ਹੈ ਨਾ, ਔਰ ਕਿਸ ਤਰ੍ਹਾਂ ਮਹਿਸੂਸ ਕਰਦੇ। And then I said, let me take this topic and develop on the basis of Gurbani. ਜਿਨ੍ਹਾਂ ਨੇ ਮੈਨੂੰ ਪਾਇਆ ਸੀ ਉਹਨਾਂ ਦੇ ਉਸ ਬੇਸ, ਉਹਨਾਂ ਤੇ ਵੈਸੇ ਹੀ ਪਾਇਆ ਸੀ, 2 ਲਾਈਨਾਂ ਸੀ। So it came to me ਕਿ ਇਸੇ I think it's important topic, we can take it and we can develop it on the basis of Gurbani. So ਮੈਂ ਤੇ ਕਿਹਾ ਕਿ ਤੁਸੀਂ ਫਿਰ ਕੁਝ ਕਰਦੇ ਨਹੀਂ, ਫਿਰ ਉਹ ਤੁਹਾਨੂੰ ਗਾਈਡ ਹੀ ਕਰਦਾ ਜਾਂਦਾ, ਆਪੇ ਤੁਹਾਨੂੰ ਦੱਸਦਾ ਜਾਂਦਾ ਕਿ ਕੀ ਕਰਨਾ, ਹੀ ਗਾਈਡ ਤੇ ਬਸ। ਸੋ ਮਤਲਬ ਸੰਗਤ ਦੀ ਜਿਹੜੀ ਹੈਗੀ ਹੈ ਨਾ ਆਪਣਾ એનર્ਜੀ, ਉਹ ਇੰਨੀ ਸਟਰੋਂਗ ਹੈ ਕਿ ਜੋ ਠੀਕ ਹੁੰਦਾ ਉਹ ਆਪਣੇ ਆਪ ਹੀ ਉਹ ਕਰਵਾ ਲੈਂਦੇ। ਇਹ ਬਹੁਤ ਸੋਹਣਾ ਸੀ, ਬਹੁਤ ਅੱਛਾ ਰਿਹਾ ਅੱਜ ਦਾ। ਵੈਰੀ ਗੁੱਡ, ਥੈਂਕ ਯੂ ਸੋ ਮਚ। ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਸਭ ਨੇ ਬੜੇ ਧਿਆਨ ਨਾਲ ਸੁਣਿਆ। ਔਰ ਬੇਸ਼ੱਕ ਤੁਸੀਂ ਥੋੜੇ ਬੇਸ਼ੱਕ ਇਹਦੇ ਤੇ ਸਵਾਲ ਅਗਲੀ ਵਾਰ ਲਿਆਓ, ਜਾਂ ਤੁਹਾਨੂੰ ਹੋਰ ਵੀ ਜਿਹੜੇ ਸਵਾਲ ਹੋਣ ਲਿਆਓ, ਤਾਂ ਕਿ ਸਵਾਲ ਡਿਸਕਸ ਕਰਨ ਦਾ ਬੜਾ ਫਾਇਦਾ ਇਹ ਹੁੰਦਾ ਹੈ ਕਿ ਉਹ ਜ਼ਰੂਰੀ ਉਹ ਸਾਰਿਆਂ ਦੇ ਸਵਾਲ ਹੁੰਦੇ ਨੇ, ਪਰ ਉਹ ਉਸ ਲੈਂਗੁਏਜ ਵਿੱਚ ਆਉਂਦੇ ਨਹੀਂ। ਅਸੀਂ ਹੈਸੀਟੇਟ ਕਰਦੇ ਆਰਾਮ ਨਾਲ ਬੈਠੇ ਰਹਿੰਦੇ ਹਾਂ, ਚਲੋ ਕੋਈ ਗੱਲ ਨਹੀਂ ਤੇ ਨਾ ਸਹੀ। ਥੋੜੇ ਜਿਹੇ ਸਾਨੂੰ ਵੀ ਸ਼ੁੱਡ ਮੇਕ ਐਫਰਟ, ਵੀ ਸ਼ੁੱਡ ਮੇਕ ਕੁਐਸਚਨਸ ਐਂਡ ਕੁਐਸਚਨ ਕਰੀਏ। ਉਹਦੇ ਨਾਲ ਸਾਡੀ ਆਪਣੀ ਜਿਹੜੀ ਹੈ ਨਾ ਵਿਜ਼ਡਮ ਬੜੀ ਵੱਧਦੀ ਹੈ। ਵੀ ਬਿਕਮ ਮੋਰ ਐਂਡ ਮੋਰ ਓਪਨ, ਵੀ ਬਿਕਮ ਮੋਰ ਇੰਟੂਟਿਵ। ਫਿਰ ਸਾਡੇ ਅੰਦਰੋਂ ਹੀ ਆਈਡੀਆਜ਼ ਆਉਣੇ ਸ਼ੁਰੂ ਹੋ ਜਾਂਦੇ ਹੈ। ਸੋ ਇਹ ਇੱਕ ਬੜੀ ਬਿਊਟੀਫੁਲ ਚੀਜ਼ ਹੈ ਕਿ ਜਦੋਂ ਅਸੀਂ ਸੋਚਣਾ ਸ਼ੁਰੂ ਕਰੀਏ, ਉਹ ਸੋਚ ਦੇ ਨਾਲ ਨਾਲ ਸਾਰੀ ਸਾਡੀ ਸੋਚ ਜਿਹੜੀ ਹੈ ਉਹ ਗਹਿਰੀ ਹੁੰਦੀ ਜਾਂਦੀ। ਤਾਂ ਠੀਕ ਹੈ, ਆਪਣਾ ਡਾਲੀ ਜੀ ਤੁਸੀਂ ਹੁਣ ਕਰੋ ਅਰਦਾਸ ਕਰੋ। ਠੀਕ ਹੈ ਜੀ, ਬਾਏ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸੇ ਹੋਈ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। श्री हरकृष्ण त्याइए जिस डिठे सब दुख जाए। तेग बहादुर सिमरिए कर नौ निध आवे ताई सब थाई उन्हां जी साए। 10वें पातशाह श्री गुरु गोबिंद सिंह जी महाराज सब थाई उन्हां जी साए। 10 पातशाहां दी जो श्री गुरु ग्रंथ साहिब जी दे पाठ दर्शन दीदार दा ध्यान करके बोलना जी वाहिगुरू। वाहिगुरू जी आप जी दे सोने पंज प्यारे 4 साहिबजादे 40 मुक्ते हटियां जपियां तपियां जिन्हां नाम जपिया वंड के छकिया देख चलाई तेग वाई देख के अंडिट कीता ते ना प्यारियां सच्चारियां दी कमाई दा ध्यान करके बोलना जी वाहिगुरू। जिन्हां सिंघां सिंघियां ने धर्म हिस्से दिते बंद बंद कटवाए खोपियां लुहाइयां चरखड़ियां ते चढ़ियारे नाम चिराए गए। तिन्हां दी उच्ची सुच्ची कमाई दा ध्यान करके बोलना जी वाहिगुरू। पंजा तख्तां सरबत गुरुद्वारियां दा ध्यान करके बोलना जी वाहिगुरू। हे अकाल पुरख वाहिगुरू जी आप जी दा कोटान कोटान शुकराना है। दातार पिता जी आप जी ने अपने बच्चों नूं संगती तौर ते इकट्ठा कीता। दातार पिता जी आप जी ने आप दे बाणी दे अनुसार जीवन जुगती जीन दियां सानू जुगतियां दसियां। सच्चे पिता वाहिगुरू जीओ आप जी ते हजूर अरदास बेनती है जो भी सानू तुसी स्रोत बख्शो जो भी सानू सुनन विच बख्शो ओ असी अपने जीवन दा हिस्सा बना सकिए। असी आप जी दी मर्यादा दे अनुकूल आप जी दे दसे हुए राह दे अनुकूल अपने जीवन दी औकड़ां नू सोहनी तरह बिना किसी डर ते निर्भय होके अपनी औकड़ां नू दूर कर सके। सच्चे पिता वाहिगुरू जी आप जी दी बांह फड़िए। दातार पिता जी आप जी दा कोटान कोटान शुकराना है। सारियां दे हिरदियां विच बाणी दा वासा बसना करना जी। सारियां नू अपने भक्ति दी दात बख्शो। अपनी बाणी दे नाल प्यार बख्शो संगत दा प्यार बख्शो। सारे संसार विच सुख शांति वरताओ। किसान परिवारां दे अंग संग सहाय हो। सच्चे पिता वाहिगुरू जीओ सोई कम कराओ जो आप जी दे मन भावन। बुरियां कम्मा पापा ख्याला तो आप हथ रखते दे के रख्या करो जी। सोई गुरमुख पैरों मेलो जिना मेलिया आप जी दा नाम स्वास स्वास चितावे सुख होवे। गुरु नानक नाम चढ़दी कला तेरे पानी सरबत दा भला। वाहिगुरू जी का खालसा वाहिगुरू जी की फतेह। बोले सो निहाल। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ वाहिगुरू जी की ਵਾਹਿਗੁਰੂ ਜੀ ਕੀ ਫਤਿਹ। बहन जी आप जी का बहुत बहुत शुकराना। आप जी ने बहुत बहुत बड़ी गहराई वाली गल्लां सानू दसियां ने। बस साडे अंदर बैठ जावन ते असी इहदे अनुसार ही अपने जीवन विच जदों विचरीए ते इनू यूज करके उस तरीके नाल चल सकीए। थैंक यू आप जी का बहुत बहुत ਬਹੁਤ ਬਹੁਤ ਧੰਨਵਾਦ ਪਹਿਲਾਂ ਤੇ ਪਰਮਾਤਮਾ ਦਾ ਜਿਹੜੇ ਕਿ ਆਪ ਬੁਲਵਾ ਰਹੇ ਨੇ ਫਿਰ ਸੰਗਤ ਦਾ ਜਿਹੜੇ ਕਿ ਇਹਨੇ ਧਿਆਨ ਨਾਲ ਸੁਣ ਰਹੇ ਹੈਗੇ ਨੇ ਔਰ ਇਸੇ ਤਰ੍ਹਾਂ ਹੀ ਪਰਮਾਤਮਾ ਸ਼ਕਤੀ ਦਿੰਦਾ ਰਹੇ ਬੁਲਵਾਉਂਦਾ ਰਹੇ ਔਰ ਤੁਸੀਂ ਸੁਣਦੇ ਰਹੋ। ਇਹ ਉਹਦੀ ਕਿਰਪਾ ਜਿੰਨਾ ਚਿਰ ਉਹਦੀ ਕਿਰਪਾ ਬਣੀ ਰਹਿੰਦੀ ਹੈ ਉਹਨਾਂ ਚਿਰ ਹੀ ਅਸੀਂ ਕੁਝ ਕਰ ਸਕਦੇ ਹਾਂ। ਸੋ ਸਭ ਦਾ ਫਿਰ ਬਾਰ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਸਭ ਤੋਂ ਜ਼ਿਆਦਾ ਤੁਹਾਡਾ ਧੰਨਵਾਦ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ वाहिगुरू जी की फतेह।